ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੀ ਸੰਗਤ ਵਡਭਾਗੀ ਹਾਂ ਜੋ ਕਿ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਦੀ ਯਾਦ ਨੂੰ ਸਮਰਪਿਤ 400 ਸਾਲਾ ਅਵਤਾਰ ਪੁਰਬ, ਉਹਦੀ ਖੁਸ਼ੀ ਦੇ ਅੰਦਰ ਅੱਜ ਦੇ ਗੁਰਮਤਿ ਸਮਾਗਮਾਂ ਦੇ ਅੰਦਰ ਹਾਜ਼ਰੀ ਭਰ ਰਹੇ ਹਾਂ। ਸਾਰਿਆਂ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਨੂੰ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਲੱਖਾਂ ਵਾਰ ਵਧਾਈ ਹੋਵੇ। ਆਪਾਂ ਗੁਰਮੁਖਾਂ ਪਾਸੋਂ ਢਾਡੀ ਵਾਰਾਂ ਰਾਹੀਂ ਬੀਬੀਆਂ ਦੇ ਜੱਥੇ ਪਾਸੋਂ ਸਤਿਗੁਰ ਦੀ ਬਾਣੀ ਦਾ ਗਿਆਨ ਸਰਵਣ ਕਰ ਰਹੇ ਸੀ ਤੇ ਰਾਗੀ ਸਿੰਘਾਂ ਪਾਸੋਂ ਆਪਾਂ ਸ਼ਬਦ ਦਾ ਕੀਰਤਨ ਸਰਵਣ ਕਰਿਆ। ਜੋ ਨਿਤਾ ਪ੍ਰਤੀ ਅਸੀਂ ਨਿਤਨੇਮ ਦੀਆਂ ਬਾਣੀਆਂ ਦੇ ਵਿੱਚੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪਾਵਨ ਬਚਨ ਪੜ੍ਹਦੇ ਹਾਂ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਕਈ ਵਾਰ ਅਸੀਂ ਸਾਰੀ ਜ਼ਿੰਦਗੀ ਇਹ ਪੰਗਤੀਆਂ ਪੜ੍ਹਦੇ ਰਹਿੰਦੇ ਹਾਂ, ਪਰ ਗਹਿਰਾਈ ਦੇ ਅੰਦਰ ਜਾ ਕੇ ਜਿੰਨਾ ਚਿਰ ਗੁਰਮੁਖ ਪਿਆਰਿਆਂ ਦੀ ਸੰਗਤ ਨਹੀਂ ਨਸੀਬ ਹੁੰਦੀ, ਇਹਨਾਂ ਚੀਜ਼ਾਂ ਦਾ ਆਪਾਂ ਨੂੰ ਭੇਦ ਨਹੀਂ ਆਉਂਦਾ। ਅਨਹਦ ਬਾਣੀ ਕੀ ਹੈ? ਅਨਹਦ ਉਹਨੂੰ ਕਹਿੰਦੇ ਨੇ ਜਿਹੜੀ ਚੀਜ਼ ਦੀ ਕੋਈ ਹੱਦਬੰਦੀ ਨਾ ਹੋਵੇ। ਸੰਸਾਰ ਦੇ ਅੰਦਰ ਹਰੇਕ ਚੀਜ਼ ਦੀ ਹੱਦਬੰਦੀ ਆ। ਇੱਕ ਆਪਣਾ ਮਾਲਕ ਹੈ ਪ੍ਰਮਾਤਮਾ, ਜਿਹਦੀ ਕੋਈ ਹੱਦਬੰਦੀ ਨਹੀਂ। ਦੁਨੀਆ ਦੇ ਅੰਦਰ ਹਰੇਕ ਆਵਾਜ਼ ਦੀ ਹੱਦਬੰਦੀ ਹੈ। ਇੱਕ ਸਾਡੇ ਮਾਲਕ ਦੇ ਮੁਖ ਚੋਂ ਸ਼ਬਦ ਨਾਮ ਚੱਲ ਰਿਹਾ, ਉਹਦੀ ਕੋਈ ਹੱਦਬੰਦੀ ਨਹੀਂ। ਇਸ ਕਰਕੇ ਉਹ ਮਾਲਕ ਦੇ ਮੁਖ ਚੋਂ ਚੱਲ ਰਹੀ ਆਵਾਜ਼, ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਅਨਹਦ ਬਾਣੀ ਦਾ ਨਾਂ ਦੇ ਦਿੱਤਾ ਗਿਆ। ਅੱਜ ਦਾ ਵਿਗਿਆਨਕ ਯੁੱਗ ਹੈ, ਕਾਫੀ ਵਿਗਿਆਨ ਨੇ ਤਰੱਕੀ ਕੀਤੀ, ਪਰ ਜਦੋਂ ਦੂਸਰੇ ਪਾਸੇ ਅਸੀਂ ਪਾਤਸ਼ਾਹ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਗੁਰੂ ਨਾਨਕ ਦੇ ਘਰ ਨੇ ਜਿੱਥੇ ਇੱਕ ਵਿਗਿਆਨ ਹੁਣ ਪਹੁੰਚਦਾ ਫਿਰਦਾ, 500 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਸਾਨੂੰ ਇਹ ਸਾਰਾ ਗਿਆਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਿੱਤਾ। ਵਿਗਿਆਨ ਨੇ ਹੁਣ ਖੋਜ ਕੀਤੀ ਕਿ ਕੋਈ ਸਮਾਂ ਸੀ ਇੱਥੇ, ਕੋਈ ਧਰਤੀ ਨਹੀਂ ਸੀ, ਕੋਈ ਪਤਾਲ ਨਹੀਂ ਸੀ, ਕੋਈ ਖੰਡ ਨਹੀਂ ਸੀ, ਕੋਈ ਬ੍ਰਹਿਮੰਡ ਨਹੀਂ ਸੀ, ਕੋਈ ਆਕਾਰ ਨਹੀਂ ਸੀ। ਆ ਜੋ ਖਾਲੀ ਖਲਾ ਵੇਖ ਰਹੇ ਹਾਂ, ਇਹੋ ਹੀ ਸੀ ਬਸ। 5-10 ਸਾਲ ਕੁ ਪਹਿਲਾਂ ਟੀਵੀ ਚੈਨਲਾਂ 'ਤੇ ਇੱਕ ਬੜਾ ਸ਼ੋਰ ਪਿਆ, ਪੰਜਾਬ 'ਚ ਅਖਬਾਰ 'ਚ ਖਬਰ ਵੀ ਲੱਗ ਗਈ, ਕਹਿੰਦੇ ਜੀ ਵਿਗਿਆਨੀਆਂ ਨੇ ਰੱਬ ਲੱਭ ਲਿਆ। ਉਹ ਬਹੁਤ ਸਾਰੇ ਗੁਰਮੁਖਾਂ ਦੇ ਸਾਨੂੰ ਫੋਨ ਆਏ, ਕਹਿੰਦੇ ਜੀ ਵਿਗਿਆਨੀਆਂ ਨੇ ਰੱਬ ਲੱਭ ਲਿਆ। ਅਸੀਂ ਬੇਨਤੀ ਕੀਤੀ, ਜੀ ਭੁਲੇਖਾ ਖਾ ਗਏ। ਗੱਲ ਕੀ ਸੀ? ਉਹਨਾਂ ਨੇ ਅਰਬਾਂ ਖਰਬਾਂ ਡਾਲਰ ਖਰਚ ਕੀਤਾ। ਇੱਕ ਪੁਆਇੰਟ ਤੇ ਪਹੁੰਚੇ ਕਿ ਜਦੋਂ ਆ ਖਾਲੀ ਖਲਾ ਦੇ ਵਿੱਚੋਂ ਆਕਾਰ ਪੈਦਾ ਹੋਣੇ ਸ਼ੁਰੂ ਹੋਏ, ਇਹ ਨਿਰਾਕਾਰ ਆਕਾਰ ਦੇ ਅੰਦਰ ਪ੍ਰਗਟ ਹੋਣਾ ਸ਼ੁਰੂ ਹੋਇਆ। ਇੱਥੇ ਇੱਕ ਬਹੁਤ ਵੱਡਾ ਧਮਾਕਾ ਹੋਇਆ, ਜਿਹਨੂੰ ਬਿਗ ਬੈਂਗ ਦਾ ਨਾਂ ਦਿੱਤਾ ਵਿਗਿਆਨ ਨੇ, ਕਿ ਉਸ ਤੋਂ ਬਾਅਦ ਆਕਾਰ ਬਣਨੇ ਸ਼ੁਰੂ ਹੋ ਗਏ। ਇੱਧਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਬਾਣੀ ਪੜ੍ਹਦੇ, ਸਾਨੂੰ ਜਪਜੀ ਸਾਹਿਬ ਦੀ ਬਾਣੀ 'ਚ ਗਿਆਨ ਦਿੱਤਾ ਗਿਆ ਕਿ ਆ ਸ੍ਰਿਸ਼ਟੀ ਦੀ ਆਰੰਭਤਾ ਸਾਡੇ ਮਾਲਕ ਪਿਤਾ ਨੇ ਕਿਵੇਂ ਕੀਤੀ। ਉਹ ਏਕ ਤੋਂ ਅਨੇਕ ਰੂਪ ਦੇ ਅੰਦਰ ਕਿਵੇਂ ਪ੍ਰਗਟ ਹੋਇਆ, ਜਿਸ ਨੂੰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਰੋਜ਼ ਪੜ੍ਹਦੇ ਆਪਾਂ। ਏਕ ਮੂਰਤ
अनेक दर्शन कीन रूप अनेक, खेल खेल अखेल खेलन अंत को फिर एक। कि ਉਹ ਪ੍ਰਮਾਤਮਾ ਨਿਰਗੁਣ ਤੋਂ ਸਰਗੁਣ ਦੇ ਅੰਦਰ ਕਿਵੇਂ ਪੈਦਾ ਹੋਇਆ, ਉਹ ਨਿਰਾਕਾਰ ਤੋਂ ਆਕਾਰ ਦੇ ਅੰਦਰ ਕਿਵੇਂ ਪੈਦਾ ਹੋਇਆ, ਉਹ ਸੂਖਮ ਤੋਂ ਅਸਥੂਲ ਦੇ ਅੰਦਰ ਕਿਵੇਂ ਪੈਦਾ ਹੋਇਆ। ਜਪਜੀ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਉਹ 'ਚ ਪਾਤਸ਼ਾਹ ਸਮਝਾਉਂਦੇ ਨੇ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਕਿਤੇ ਇਹ ਬਚਨ ਪੜ੍ਹਦੇ ਆਪਾਂ ਕਿ ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਪ੍ਰਥਮੇ ਓੰਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੇ ਰਹਾ। ਕਿ ਸਾਰਿਆਂ ਤੋਂ ਪਹਿਲਾਂ ਸਾਡਾ ਜੋ ਮਾਲਕ ਹੈ ਪ੍ਰਕਾਸ਼ ਰੂਪ, ਜਿਹਦੇ ਬਾਰੇ ਆਪਾਂ ਸਰਵਣ ਕਰ ਰਹੇ ਸੀ, ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ, ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਉਹ ਸਾਡੇ ਪਿਤਾ ਨੇ, ਮਾਲਕ ਨੇ, ਜਦੋਂ ਆਪਣੇ ਵਿੱਚੋਂ ਇਹ ਸ੍ਰਿਸ਼ਟੀ ਦਾ ਖੇਲ ਸ਼ੁਰੂ ਕੀਤਾ, ਉਹ ਮੁਖ ਦੇ ਅੰਦਰੋਂ ਬੋਲਿਆ, ਕੀਤਾ ਪਸਾਓ ਏਕੋ ਕਵਾਓ। ਜਿਵੇਂ ਹੁਣ ਆਪਾਂ ਬੋਲਦੇ ਹਾਂ, ਆਪਣੇ ਮੁਖ ਚੋਂ ਦੋ ਚੀਜ਼ਾਂ ਬਾਹਰ ਆ ਰਹੀਆਂ, ਇੱਕ ਆਵਾਜ਼ ਤੇ ਇੱਕ ਥੋੜੀ ਥੋੜੀ ਪੌਣ, ਜਿਹਨੂੰ ਆਪਾਂ ਹਵਾ ਕਹਿੰਦੇ ਹਾਂ। ਸਾਡੇ ਪਿਤਾ ਪਰਮੇਸ਼ਰ ਦੇ ਮੁਖ ਚੋਂ ਵੀ ਸ੍ਰਿਸ਼ਟੀ ਦੇ ਆਰੰਭ ਵੇਲੇ ਦੋ ਚੀਜ਼ਾਂ ਪੈਦਾ ਹੋਈਆਂ, ਇੱਕ ਆਵਾਜ਼ ਤੇ ਦੂਸਰੀ ਪੌਣ। ਉਹ ਜਿਹੜੀ ਆਵਾਜ਼ ਹੈ, ਉਸ ਨੂੰ ਗੁਰਬਾਣੀ ਦੇ ਅੰਦਰ ਕਹਿੰਦੇ ਨੇ ਅਨਹਦ ਬਾਣੀ, ਅਨਹਦ ਨਾਦ, ਸਹਿਜ ਧੁਨ, ਸੱਚਾ ਸ਼ਬਦ, ਬਹੁਤ ਸਾਰੇ ਨਾਂ ਨੇ। ਤੇ ਜਿਹੜੀ ਪੌਣ ਪ੍ਰਗਟ ਹੋਈ, ਉੱਥੋਂ ਫਿਰ ਆ ਸਾਡੇ ਆਕਾਰ ਬਣਨੇ ਸ਼ੁਰੂ ਹੋਏ। ਪੌਣ ਤੋਂ ਪਾਣੀ ਤੇ ਫਿਰ ਅਗਨ, ਜਿਹਦੇ ਬਾਰੇ ਪਾਤਸ਼ਾਹ ਸਮਝਾਉਂਦੇ ਨੇ, ਸਾਚੇ ਤੇ ਪਵਣਾ ਭਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਇਹ ਤਿੰਨ ਤੱਤ ਪੈਦਾ ਕੀਤੇ ਗਏ। ਇਹਨਾਂ ਤਿੰਨਾਂ ਤੱਤਾਂ ਨੂੰ ਜਦੋਂ ਇਕੱਠੇ ਕਰਤਾ, ਇੱਥੇ ਬਹੁਤ ਸਾਰਾ ਧੁੰਦੂਕਾਰਾ ਹੋਇਆ, ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ, ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਇਂਦਾ। ਉਸ ਧੁੰਦੂਕਾਰੇ ਦੇ ਅੰਦਰ ਸਾਡਾ ਪਿਤਾ ਸਮਾ ਗਿਆ। ਫਿਰ ਕੇਤੜਿਆਂ ਜੁਗ ਧੁੰਦੂਕਾਰੈ, ਤਾੜੀ ਲਾਈ ਅਪਰ ਅਪਾਰੈ। ਪਤਾ ਨਹੀਂ ਕਿੰਨੇ ਕੁ ਯੁੱਗ ਉਹ ਧੁੰਦੂਕਾਰੇ ਦੇ ਅੰਦਰ ਹੀ ਮਾਲਕ ਸਮਾਇਆ ਰਿਹਾ। ਜਦੋਂ ਫਿਰ ਬਿਉਂਤ ਬਣੀ ਕਿ ਜਗਤ ਦਾ ਤਮਾਸ਼ਾ ਕੀਤਾ ਜਾਵੇ, ਖੇਲ, ਉਸੇ ਧੁੰਦੂਕਾਰੇ ਦੇ ਵਿੱਚੋਂ ਥੋੜਾ ਜਿਹਾ ਹਿੱਸਾ ਲੈ ਕੇ ਆ ਧਰਤੀ ਗਰਾਊਂਡ ਤਿਆਰ ਕੀਤੀ ਗਈ, ਜਿੱਥੇ ਆ ਸਾਰਾ ਖੇਲ ਚੱਲ ਰਿਹਾ, ਜਿਹਨੂੰ ਆਪਾਂ ਪੜ੍ਹਦੇ ਹਾਂ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਧਰਮਸ਼ਾਲਾ ਕਹਿਤਾ ਕਿ ਇੱਥੇ ਜੀਵ ਆਉਂਦੇ ਰਹਿਣਗੇ ਤੇ ਜਾਂਦੇ ਰਹਿਣਗੇ। ਹੁਣ ਉਹ ਜਿਹੜੀ ਆਵਾਜ਼ ਆ, ਉਹਦੇ ਬਾਰੇ ਆਪਾਂ ਸਰਵਣ ਕਰ ਰਹੇ ਸੀ ਕਿ ਅਨਹਦ ਬਾਣੀ, ਅਨਹਤ ਬਾਣੀ ਗੁਰ ਸ਼ਬਦ ਜਾਣੀ। ਉਹਨੂੰ ਜਾਣਿਆ ਕਿਵੇਂ ਜਾਵੇ? ਗੁਰੂ ਦੇ ਸ਼ਬਦ ਦੁਆਰਾ ਜਾਣਿਆ ਜਾਵੇਗਾ, ਕਿਉਂਕਿ ਜਿੱਥੇ ਜਾ ਕੇ ਉਹ ਚੀਜ਼ ਪ੍ਰਗਟ ਹੁੰਦੀ ਆ, ਉਹ ਉੱਥੇ ਜਾ ਕੇ ਪ੍ਰਗਟ ਹੋਣੀ ਆ ਜਦੋਂ ਸਾਡੀ ਸੁਰਤ ਆ ਸਰੀਰ ਦੇ 9 ਦੁਆਰਿਆਂ ਤੋਂ ਉੱਪਰ ਉੱਠ ਖੜੀ। ਜਿੰਨਾ ਚਿਰ ਸਾਡੀ ਸੁਰਤੀ ਦਾ ਬਹਾਅ ਆ 3 ਸਾਗਰਾਂ 'ਚ, ਭਵ ਸਾਗਰ 'ਚ, ਫੁਰਨਿਆਂ 'ਚ, ਵਿਚਾਰਾਂ 'ਚ, ਉਨਾ ਚਿਰ ਇਹ ਚੀਜ਼ ਸੰਭਵ ਨਹੀਂ। ਤੇ ਜਦੋਂ ਇਹ ਚੀਜ਼ ਸੰਭਵ ਹੋ ਗਈ, ਫਿਰ ਉੱਥੇ ਪਹੁੰਚਣ ਵਾਲੇ ਗੁਰਮੁਖਾਂ ਦੇ ਆਪਾਂ ਇਤਿਹਾਸਕ ਪ੍ਰਸੰਗ ਸੁਣਦੇ ਹਾਂ। 9ਵੇਂ ਪਾਤਸ਼ਾਹ ਦਾ ਆਪਾਂ ਮਨਾ ਰਹੇ ਹਾਂ ਦਿਹਾੜਾ।
ਬੱਚੀਆਂ ਵੱਲੋਂ ਸਮਝਾਇਆ ਜਾ ਰਿਹਾ ਸੀ ਆਪਾਂ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਖਾਲਸੇ ਸਾਜਿਆ, ਤੇ ਅਸੀਂ ਆਪਣੇ ਅੰਦਰ ਝਾਤੀ ਮਾਰਨੀ ਆ ਕਿ ਅਸੀਂ ਕਿੱਥੇ ਕੁ ਖੜੇ ਹਾਂ। ਇਤਿਹਾਸ ਸਿਰਜੇ ਗਏ, ਕੱਲੀਆਂ ਗੱਲਾਂ ਨਾਲ ਥੋੜੋ ਸਿਰਜੇ ਜਾਂਦੇ ਆ ਜੀ। ਗੁਰੂ ਨਾਨਕ ਦੇ ਘਰ ਨੇ ਐਸਾ ਗਿਆਨ ਦਿੱਤਾ ਗੁਰਮੁਖਾਂ ਨੂੰ, ਜਿਨ੍ਹਾਂ ਨੇ ਉਹਨਾਂ ਦਾ ਗੁਰੂ ਸਾਹਿਬਾਨਾਂ ਦਾ ਬਚਨ ਮੰਨਿਆ। ਜੋ ਸਾਰਿਆਂ ਤੋਂ ਵੱਡਾ ਡਰ ਇਨਸਾਨ ਨੂੰ ਹੈ ਆਪਣੀ ਮੌਤ ਦਾ। ਬੇਸ਼ੱਕ ਕੋਈ ਜਿੰਨੀਆਂ ਮਰਜ਼ੀ ਗੱਲਾਂ ਕਰੇ, ਮੌਤ ਤਾਂ ਜਦੋਂ ਗੰਦਗੀ 'ਚ ਰਹਿਣ ਵਾਲੇ ਕੀੜੇ ਦੀ ਵੀ ਆਉਂਦੀ ਆ ਨਾ, ਉਹ ਵੀ ਭੱਜ ਕੇ ਬਚਣ ਦਾ ਯਤਨ ਕਰਦਾ। ਜਿੰਨਾ ਲੰਬਾ ਮਰਜ਼ੀ ਸਮਾਂ ਸੰਸਾਰ 'ਚ ਇਨਸਾਨ ਜਿਉਵੇਂ, ਜਦੋਂ ਆਖਰੀ ਸਮਾਂ ਆਉਂਦਾ, ਜੇ ਮਰਨਾ ਨਹੀਂ ਸਿੱਖਿਆ, ਆਪਣੇ ਉਸ ਘਰ ਦੀ ਜਾਣਕਾਰੀ ਨਹੀਂ ਲਈ, ਜੋ ਬਚਨ ਸਰਵਣ ਕਰ ਰਹੇ ਸੀ ਕਿ ਅੰਤਰ ਕੀ ਗਤ ਜਾਣੀਐ, ਗੁਰ ਮਿਲੀਐ ਸ਼ੰਕ ਉਤਾਰ, ਮੋਇਆ ਜਿਤ ਘਰ ਜਾਈਐ, ਤਿਤ ਜੀਵਦੇ ਅਮਰ ਮਾਰ। ਇੱਥੋਂ ਲੋਕ ਨਿਰਾਸ਼ਾਵਾਦੀ ਹੋ ਕੇ ਮਰਦੇ ਆ। ਜੀਵਣੇ ਕੀ ਆਸ ਕਰੈ, ਜਮ ਨਿਹਾਰੈ ਸਾਸਾ, ਬਾਜੀ ਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਆਪਾਂ ਤਾਂ ਆਮ ਇਨਸਾਨ ਆ ਜੀ। ਬਾਣੀ ਅੰਦਰ ਪਾਤਸ਼ਾਹ ਨੇ ਬੜਾ ਗਹਿਰਾ ਆਪਾਂ ਨੂੰ ਗਿਆਨ ਦਿੱਤਾ। ਕਹਿੰਦੇ ਇਨਸਾਨ ਸੰਸਾਰ 'ਚ ਆਇਆ, ਧਰਮ ਦਾ ਰਸਤਾ ਚੁਣਿਆ। ਜਿਹੋ ਜੇ ਧਰਮ ਦੇ ਰਸਤੇ, ਜਿਹੋ ਜੇ ਧਰਮ 'ਚ ਪੈਦਾ ਹੋਇਆ, ਉਹ ਧਰਮ ਦਾ ਗਿਆਨ ਲਿਆ। ਗਿਆਨ ਲੈਣ ਵਾਲੇ ਵੀ ਤੇ ਜ਼ਿਆਦਾਤਰ ਗਿਆਨ ਦੇਣ ਵਾਲਿਆਂ ਦਾ ਵੀ ਹਾਲ ਕੀ ਹੋਇਆ, ਉਹ ਬੜਾ ਪਿਆਰ ਨਾਲ ਸਮਝਾਇਆ। ਪਾਤਸ਼ਾਹ ਕਹਿੰਦੇ ਵੇਦ ਪੁਰਾਨ ਸਭੈ ਮਤ ਸੁਨ ਕੇ, ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਕ ਸਿਆਣੇ, ਉਠ ਪੰਡਤ ਪੈ ਚੱਲੇ ਨਿਰਾਸਾ। ਇਨਸਾਨ ਨੇ ਧਰਮ ਦਾ ਗਿਆਨ ਲਿਆ, ਜਿਵੇਂ ਆਪਾਂ ਹੁਣ ਸਾਰੇ ਲੈਣ ਆਏ ਆ। ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਗਿਆਨ ਬਹੁਤ ਲਿਆ। ਦੇਣ ਵਾਲੇ ਪੰਡਤ ਵਿਦਵਾਨ ਵੀ ਹੋ ਗਏ, ਪਰ ਪਾਤਸ਼ਾਹ ਕਹਿੰਦੇ ਹੋਇਆ ਕਿ ਕਾਲ ਗ੍ਰਸਤ ਸਭ ਲੋਕ ਸਿਆਣੇ, ਉਠ ਪੰਡਤ ਪੈ ਚੱਲੇ ਨਿਰਾਸਾ। ਕਹਿੰਦੇ ਇਹ ਕਾਲ ਨੇ ਸਾਰੇ ਲੋਕਾਂ ਨੂੰ ਗ੍ਰਸ ਲਿਆ ਆਪਦੇ ਅੰਦਰ, ਤੇ ਜਿਹੜੇ ਵੱਡੇ ਵੱਡੇ ਵਿਦਵਾਨ ਸੀ, ਉਹਨਾਂ ਨੇ ਵੀ ਖਿੜੇ ਮੱਥੇ ਮੌਤ ਨੂੰ ਸਵੀਕਾਰ ਨਾ ਕਰਿਆ, ਨਿਰਾਸ਼ ਹੋਏ। ਕਾਲ ਇੱਕ ਤਾਂ ਕਾਲ ਹੈ ਜਦੋਂ ਸਾਡੀ ਮੌਤ ਆਉਣੀ, ਇੱਕ ਕਾਲ ਕਹਿੰਦੇ ਨੇ ਸਮੇਂ ਨੂੰ। ਹੁਣ ਸਾਨੂੰ ਕਾਲ ਕਿਵੇਂ ਗ੍ਰਸਦਾ? ਜੇ ਸਾਡੇ ਕੋਲੇ ਤੱਤ ਦਾ ਗਿਆਨ ਨਹੀਂ, ਤਾਂ ਫਿਰ ਸਾਡੀ ਹਾਲਤ ਕੀ ਆ? ਅਸੀਂ ਧਰਮ ਦੇ ਕਰਮ ਕਰਦੇ ਹਾਂ, ਆਪਾਂ ਕਿਸੇ ਦੀ ਗੱਲ ਨਾ ਕਰੀਏ, ਆਪਣੀ ਕਰੀਏ। ਬੜੇ ਪਿਆਰ ਦੇ ਨਾਲ ਗੁਟਕਾ ਸਾਹਿਬ ਪ੍ਰਕਾਸ਼ ਕੀਤਾ, ਬਾਣੀ ਪੜ੍ਹਨੀ ਸ਼ੁਰੂ ਕੀਤੀ। ਸਾਨੂੰ ਸਮੇਂ ਨੇ ਗ੍ਰਸ ਲਿਆ, ਭੂਤ ਕਾਲ ਨੇ ਸਾਡੀ ਸੁਰਤ ਨੂੰ ਖਿੱਚ ਕੇ ਲੈ ਗਿਆ ਭੂਤ ਕਾਲ, ਤੇ ਉਹ ਲੰਘੇ ਹੋਏ ਸਮੇਂ ਦੇ ਵਿਚਾਰ ਸਾਡੇ ਅੰਦਰ ਚੱਲਣੇ ਸ਼ੁਰੂ ਹੋ ਗਏ। ਸਾਨੂੰ ਭੂਤ ਕਾਲ ਨੇ ਗ੍ਰਸ ਲਿਆ। ਅਸੀਂ ਬਾਣੀ ਦਾ ਪਾਠ ਕਰਦੇ, ਪ੍ਰਮਾਤਮਾ ਦਾ ਸਿਮਰਨ ਕਰਦੇ, ਸਾਨੂੰ ਭਵਿੱਖ ਕਾਲ ਨੇ ਗ੍ਰਸ ਲਿਆ। ਧਿਆਨ ਸਾਡਾ ਭਵਿੱਖ 'ਚ ਚਲਿਆ ਗਿਆ, ਉਹ ਕਾਲ ਨੇ ਗ੍ਰਸ ਲਿਆ। ਵਰਤਮਾਨ 'ਚ ਤਾਂ ਕੋਈ ਬਿਰਲਾ ਹੀ ਆਉਂਦਾ, ਤੇ ਉੱਥੇ ਵੀ ਗ੍ਰਸੇ ਗਏ। ਕਾਲ ਗ੍ਰਸਤ ਸਭ ਲੋਕ ਸਿਆਣੇ, ਆਪਦੇ ਆਪ ਨੂੰ ਸਿਆਣੇ ਕਹਾਉਣ ਵਾਲੇ ਸਾਰੇ ਕਾਲ ਨੇ ਆਪਦੇ ਅੰਦਰ ਗ੍ਰਸ ਲਏ। ਉਠ ਪੰਡਤ ਪੈ ਚੱਲੇ ਨਿਰਾਸਾ। ਫਿਰ ਵੱਡੇ ਵੱਡੇ ਵਿਦਵਾਨ ਕਹਾਉਣ ਵਾਲੇ, ਉਹ ਵੀ ਕਾਲ ਨੇ ਗ੍ਰਸ ਲਏ, ਕਿਉਂਕਿ ਨਿਰਾਸ਼ ਹੋ ਗਏ। ਕਿਉਂ ਨਿਰਾਸ਼ ਹੋਏ? ਉਹ ਕਾਲ ਦੀ ਪਕੜ ਤੋਂ ਬਾਹਰ ਨਾ ਆਏ। ਜਿੰਨਾ ਚਿਰ ਸਾਡੀ ਸੁਰਤੀ ਕਾਲ ਦੀ ਪਕੜ ਤੋਂ ਬਾਹਰ ਨਹੀਂ, ਉਨਾ ਚਿਰ ਅਸੀਂ ਅਕਾਲ ਦੇ ਨੇੜੇ ਜਾ ਸਕਦੇ ਨਹੀਂ। ਤੇ ਜਦੋਂ ਅਸੀਂ ਕਾਲ ਦੀ ਪਕੜ ਤੋਂ ਬਾਹਰ ਹੋ ਗਏ, ਅਕਾਲ ਪੁਰਖ ਦੀ ਸ਼ਰਨ 'ਚ ਚਲੇ ਗਏ, ਫੇਰ ਉੱਥੇ ਮੌਤ ਦਾ ਭੈ ਵੀ ਨਹੀਂ।
ਭਾਈ ਮਤੀ ਦਾਸ ਪਿਆਰਾ ਸਿੱਖ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਿਰ ਤੇ ਆਰਾ। ਪੁੱਛਿਆ ਜਾ ਰਿਹਾ ਕਿ ਮਤੀ ਦਾਸ, ਕੋਈ ਤੇਰੀ ਵੀ ਆਖਰੀ ਖੁਆਇਸ਼? ਆਵਾਜ਼ ਪਤਾ ਅੱਗੋਂ ਕੀ ਆਉਂਦੀ ਹੈ? ਉਹ ਕਹਿੰਦਾ ਸਤਿਗੁਰ ਤੇਗ ਬਹਾਦਰ ਵੱਲ ਮੁਖ ਕਰਕੇ ਕਹਿੰਦਾ, ਕਰਬਤ ਭਲਾ ਨਾ ਕਰਬਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ ਹੈ। ਪਾਤਸ਼ਾਹ, ਮੇਰੀ ਕੋਈ ਹੋਰ ਮੰਗ ਨਹੀਂ ਹੈ। ਕਰਬਤ ਕਹਿੰਦੇ ਨੇ ਆਰੇ ਨੂੰ, ਤੇ ਕਰਬਟ ਕਹਿੰਦੇ ਨੇ ਮੁਖ ਭਮਾਉਣ ਨੂੰ। ਮੇਰੇ ਸੀਸ ਤੇ ਆਰਾ ਤਾਂ ਚੱਲੇ, ਪਰ ਤੇਰੇ ਵੱਲੋਂ ਮੇਰਾ ਮੁਖ ਨਾ ਪਾਸੇ ਆਵੇ। ਕਿਹੜੀ ਸ਼ਕਤੀ ਸੀ ਜੀ? ਕੋਈ ਹੋਊਗੀ ਗੱਲ? ਸਾਡਾ ਕੀ ਹਾਲ ਹੈ? ਅਸੀਂ ਪੈਰ ਪੈਰ ਤੇ ਥਿੜਕ ਜਾਂਦੇ ਆ, ਥੋੜੀ ਥੋੜੀ ਗੱਲ ਤੇ ਨਿਰਾਸ਼ਾਵਾਦੀ ਹੋ ਜਾਂਦੇ ਆ। ਉਲਾਂਭੇ ਦਿੱਤੇ ਜਾ ਰਹੇ ਆ ਗੁਰੂ ਕੋਲੇ ਆ ਕੇ, ਤੇ ਲੋਕ ਕਈ ਵਾਰ ਧਰਮ ਦੇ ਨਾਤੇ ਤੋਂ ਵੀ ਦੂਰ ਜਾ ਰਹੇ ਆ। ਹੁਣ ਇਹ ਗੱਲਾਂ ਕਿਹਨਾਂ ਦੇ ਹਿੱਸੇ ਆਈਆਂ? ਉਹ ਆਈਆਂ ਭਗਤੀ ਕਰਨ ਵਾਲਿਆਂ ਦੇ। ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਵਨ ਬਚਨ ਨੇ। ਭੋਗ ਦੇ ਸ਼ਲੋਕ ਆਪਾਂ ਸੁਣਦੇ ਹਾਂ, ਉਹਨਾਂ 'ਚ ਥੋੜਾ ਜਿਹਾ ਸਖਤ ਭਾਸ਼ਾ ਆਈ ਸਾਡੇ ਵਾਸਤੇ। ਜਿਵੇਂ ਆਪਾਂ ਬੱਚਿਆਂ ਨੂੰ ਕਈ ਵਾਰ ਪਿਆਰ ਨਾਲ ਸਮਝਾਉਂਦੇ ਆ, ਕਈ ਵਾਰ ਸਖਤੀ ਵਰਤਦੇ ਆ, ਤੇ ਗੁਰੂ ਸਾਹਿਬਾਨਾਂ ਨੇ ਵੀ ਵਰਤੀ। ਭਾਵੇਂ ਵਿਰਾਗਮਈ ਸੀ, ਪਰ ਵਰਤੀ ਗਈ ਜਦੋਂ ਸ਼ਬਦਾਂ ਦਾ ਧਿਆਨ ਨਾਲ ਆਪਾਂ ਪਾਠ ਕਰਦੇ ਆ। ਪਹਿਲਾਂ ਤਾਂ ਪਿਆਰ ਦਿੱਤਾ ਸ਼ੁਰੂਆਤ 'ਚ। ਮਹਾਰਾਜ ਕਹਿੰਦੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਭਾਈ ਇੰਨਾ ਪਿਆਰ ਭਾਵਦੇ ਪ੍ਰਮਾਤਮਾ ਨਾਲ, ਜਿਵੇਂ ਮਛਲੀ ਦਾ ਪਾਣੀ ਨਾਲ ਪਿਆਰ ਹੈ। ਉਹਨੂੰ ਪਤਾ ਕਿ ਮੇਰਾ ਜੀਵਨ ਉਨਾ ਚਿਰ ਜਿੰਨਾ ਚਿਰ ਪਾਣੀ ਹੈ। ਕਾਸ਼ ਸਾਡੇ ਤੇ ਮਾਲਕ ਦੀ ਨਜ਼ਰ ਹੋਵੇ, ਸਾਡੇ ਸੁੱਤੇ ਹੋਏ ਮਨ ਨੂੰ ਗਿਆਨ ਆ ਜੇ, ਜੋ ਰੋਜ਼ ਪੜ੍ਹਦੇ ਆ ਕਿ ਸਾਡਾ ਜੀਵਨ ਵੀ ਉਨਾ ਚਿਰ ਹੀ ਆ ਜਿੰਨਾ ਚਿਰ ਮਾਲਕ ਦੀ ਯਾਦ ਆ। ਆਖਾਂ ਜੀਵਾਂ ਬਿਸਰੈ ਮਰ ਜਾਓ। ਤੇ ਪ੍ਰਮਾਤਮਾ ਦੀ ਯਾਦ ਮਨ ਦੇ ਅੰਦਰ ਵਸਾਉਣ ਦਾ ਇਦੂ ਵੱਡਾ ਕੋਈ ਸਾਧਨ ਨਹੀਂ ਜਿੱਥੇ ਆਪਾਂ ਬੈਠੇ ਹਾਂ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਵਨ ਬਚਨ ਨੇ। ਮਹਾਰਾਜ ਜੀ ਕਹਿੰਦੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਬਬੇਕਾ। ਉਹ ਸਾਰਾ ਸ਼ਬਦ ਪੜ੍ਹ ਲਈਏ ਆਪਾਂ। ਸਾਰੀਆਂ ਗੱਲਾਂ ਦਾ ਸਾਨੂੰ ਗਿਆਨ ਦੇ ਕੇ ਅਖੀਰ ਕੀ ਸਮਝਾਇਆ? ਪਾਤਸ਼ਾਹ ਕਹਿੰਦੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਉਹ ਸੰਗਤ ਜਿੱਥੇ ਕੇਵਲ ਪਰਮੇਸ਼ਰ ਦੀ ਤੇ ਉਹਦੇ ਨਾਮ ਦੀ ਵਡਿਆਈ ਹੁੰਦੀ ਆ, ਉਹਨੂੰ ਕਹਿੰਦੇ ਨੇ ਸਤ ਸੰਗ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਫਿਰ ਥੋੜਾ ਜਿਹਾ ਸਾਨੂੰ ਸਖਤੀ ਵਰਤੀ ਉਹਨਾਂ ਨੇ। ਕਹਿੰਦੇ, ਐ ਇਨਸਾਨ, ਸੰਸਾਰ 'ਚ ਤੂੰ ਆਇਆ, 84 ਲੱਖ ਜੂਨ ਦਾ ਤੈਨੂੰ ਸਰਦਾਰ ਕਹਿੰਦੇ ਨੇ। ਜੇ ਤੂੰ ਵੀ ਦੂਸਰੀਆਂ ਜੂਨਾਂ ਵਾਲਿਆਂ ਵਾਂਗੂ ਸਿਰਫ ਆਪਦੇ ਬੱਚੇ ਪਾਲਣ ਤੱਕ ਸੀਮਤ ਰਹਿ ਗਿਆ, ਤੇ ਉਹਨਾਂ 'ਚ ਤੇ ਤੇਰੇ 'ਚ ਕੋਈ ਬਹੁਤਾ ਫਰਕ ਨਹੀਂ। ਤੈਨੂੰ ਸਰਦਾਰੀ ਬਖਸ਼ੀ ਹੈ, ਤੈਨੂੰ ਅਕਲ ਦੀ ਕਲਾ ਦਿੱਤੀ ਹੈ, ਦੇਵਤਿਆਂ ਨਾਲੋਂ ਉੱਚਾ ਜਨਮ ਦਿੱਤਾ, ਇੱਕ ਕਰਮ ਕਰਨ ਵਾਸਤੇ ਦਿੱਤਾ। ਉਹ ਹੈ ਪਰਮੇਸ਼ਰ ਦਾ ਭਜਨ ਕਰਕੇ ਉਹਦੇ 'ਚ ਲੀਨ ਹੋਣਾ, ਜਿਹਦੇ ਬਗੈਰ ਸਾਰਾ ਸੰਸਾਰ ਡੁੱਬ ਰਿਹਾ। ਗੁਰ ਕੀ ਮਤ ਤੂੰ ਲੇਹੇ ਇਆਨੇ, ਭਗਤ ਬਿਨਾ ਬਹੁ ਡੂਬੇ। ਸਿਆਣੇ ਅੱਜ ਬੜਾ ਸਿਆਣਾ ਜੀ ਸੰਸਾਰ, ਗਿਆਨ ਵੀ ਬਹੁਤ, ਵਿਗਿਆਨ ਦਾ ਵੀ ਬੜਾ ਆਸਰਾ। ਕਿੰਨਾ ਕੁ ਸੌਖਾ, ਸਾਰੀ ਜ਼ਿੰਦਗੀ ਲੰਘ ਜਾਂਦੀ ਆ ਇਨਸਾਨ ਦੀ ਆਪਦੀ ਮਤ ਦੁਆਰਾ ਸੁਖੀ ਹੋਣ ਨੂੰ, ਪਰ ਸਾਰੇ ਦੁਖੀ। ਨਾਨਕ ਦੁਖੀਆ ਸਭ ਸੰਸਾਰ। ਫਿਰ ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ ਕਿ ਇੱਕ ਕਰਮ ਸੀ ਤੇਰਾ ਜਿਹਨੂੰ ਭੁੱਲ ਗਿਆ ਤੂੰ। ਕਿਹੜਾ?
ਏਕ ਭਗਤ ਭਗਵਾਨ, ਜਿਹ ਪ੍ਰਾਨੀ ਕੈ ਨਾਹੇ ਮਨ। ਝਾਤੀ ਮਾਰ ਲਈਏ ਸਾਰੇ, ਸਾਡੇ ਮਨ 'ਚ ਹੈ ਜੀ ਚਾਓ ਵੀ ਪ੍ਰਮਾਤਮਾ ਦੀ ਭਗਤੀ ਕਰਨੀ ਹੈ। ਕਿਤੇ ਬਣਿਆ ਫੁਰਨਾ ਵੀ ਜਿਹੜੇ ਮਾਲਕ ਨੇ ਸਾਨੂੰ ਪੈਦਾ ਕੀਤਾ ਉਹਨੂੰ ਮਿਲਿਆ ਜਾਵੇ। ਰੋਜ਼ ਪੜ੍ਹਦੇ ਵੀ ਆ, ਸੁਣਦੇ ਵੀ ਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੇ ਨਹੀਂ ਤਾਂ ਫਿਰ ਤੁਲਨਾ ਕਿਹਦੇ ਨਾਲ ਕੀਤੀ? ਪਾਤਸ਼ਾਹ ਕਹਿੰਦੇ ਏਕ ਭਗਤ ਭਗਵਾਨ, ਜਿਹ ਪ੍ਰਾਨੀ ਕੈ ਨਾਹੇ ਮਨ। ਸਖਤੀ ਆ ਥੋੜੀ ਜੀ। ਕਹਿੰਦੇ ਜੈਸੇ ਸੂਕਰ ਸੁਆਨ, ਨਾਨਕ ਮਾਨੋ ਤਾਹੇ ਤਨ। ਸੂਕਰ ਕਹਿੰਦੇ ਆ ਜੀ ਸੂਰ ਨੂੰ, ਤੇ ਸੁਆਨ ਕਹਿੰਦੇ ਆ ਕੁੱਤੇ ਨੂੰ। ਜੇ ਸਾਡੇ ਜੀਵਨ ਦੇ ਅੰਦਰ ਪਰਮਾਤਮਾ ਦਾ ਪਿਆਰ ਨਹੀਂ, ਪਰਮਾਤਮਾ ਦੀ ਬੰਦਗੀ ਨਹੀਂ, ਇਨਸਾਨ ਦਾ ਤਨ ਤਾਂ ਹੈ ਪਰ ਤੁਲਨਾ ਜੈਸੇ ਸੂਕਰ ਸੁਆਨ, ਨਾਨਕ ਮਾਨੋ ਤਾਹੇ ਤਨ। ਇਹ ਹੁਣ ਆਪਾਂ ਸੋਚਣਾ ਕਿ ਅਸੀਂ ਸੂਰ ਜਾਂ ਕੁੱਤੇ ਵਰਗੀ ਜ਼ਿੰਦਗੀ ਬਣਾਉਣੀ ਆ, ਕਿ ਜੋ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਆ ਅਸੀਂ ਬੰਦੇ ਬਣਨਾ। ਕਰ ਬੰਦੇ ਤੋਂ ਬੰਦਗੀ, ਜਿਚਰ ਘਟ ਮੈਂ ਸਾਰ। ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾ ਰਹੇ ਆਪਾਂ ਨੂੰ, ਕਹਿੰਦੇ ਜਾ ਮੈਂ ਭਜਨ ਰਾਮ ਕੋ ਨਾਹੀ। ਧਿਆਨ ਚ ਰਹੀਏ ਸਾਰੇ। ਜਿਹੜੇ ਇਨਸਾਨ ਦੇ ਜੀਵਨ 'ਚ ਪਰਮਾਤਮਾ ਦਾ ਭਜਨ ਨਹੀਂ, ਜਾ ਮੈਂ ਭਜਨ ਰਾਮ ਕੋ ਨਾਹੀ, ਤੇ ਨਰ ਜਨਮ ਅਕਾਰਥ ਖੋਇਆ, ਜਿਹ ਰਾਖੋ ਮਨ ਮਾਹੀ। ਕਹਿੰਦੇ ਉਹ ਆਪਦੇ ਮਨ ਦੇ ਅੰਦਰ ਇਹ ਗੱਲ ਵਸਾ ਲਵੇ ਕਿ ਮੇਰਾ ਜਨਮ ਅਕਾਰਥ ਚਲਿਆ ਗਿਆ। ਫਿਰ ਬੇਨਤੀ ਕੀਤੀ, ਪਾਤਸ਼ਾਹ ਲੋਕ ਧਰਮ ਦੇ ਕਰਮ ਕਰਦੇ ਆ, ਕੋਈ ਤੀਰਥਾਂ ਤੇ ਜਾਂਦਾ, ਕੋਈ ਵਰਤ ਰੱਖਦਾ, ਜਿਹੋ ਜੀ ਕਿਸੇ ਨੂੰ ਸਿੱਖਿਆ ਉਹਨਾਂ ਦਾ ਕੋਈ ਲਾਭ। ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ ਤੀਰਥ ਕਰੈ ਵਰਤ ਫੁਨ ਰਾਖੈ, ਨਹਿ ਮਨੁਆ ਬਸ ਜਾਕੋ। ਜਿਹੜੇ ਇਨਸਾਨ ਦੇ ਮਨ ਨਹੀਂ ਵਸ 'ਚ ਆਇਆ, ਉਹ ਜਿੰਨੇ ਮਰਜ਼ੀ ਧਰਮ ਦੇ ਕਰਮ ਕਰੇ। ਮੈਂ ਕੋਲੋਂ ਨਹੀਂ ਕਹਿ ਰਿਹਾ, ਪਾਤਸ਼ਾਹ ਦੀ ਬਾਣੀ ਕਹਿ ਰਹੀ ਹੈ। ਤੀਰਥ ਕਰੈ ਵਰਤ ਫੁਨ ਰਾਖੈ। ਤੀਰਥਾਂ ਤੇ ਜਾਣਾ ਮਾੜਾ ਨਹੀਂ ਹੈ, ਬਹੁਤ ਚੰਗਾ ਜੇ ਤੀਰਥ ਦੀ ਪਰਿਭਾਸ਼ਾ ਦਾ ਪਤਾ ਲੱਗ ਜੇ। ਕਿਉਂਕਿ ਪਹਿਲੇ ਸਮਿਆਂ 'ਚ ਆ ਪ੍ਰਚਾਰ ਦਾ ਸਾਧਨ ਨਹੀਂ ਸੀ ਹੁੰਦਾ। ਤੀਰਥਾਂ ਦੇ ਕਿਨਾਰਿਆਂ ਤੇ ਸਾਧੂ ਮਹਾਤਮਾ ਲੋਕ ਰਹਿੰਦੇ, ਤੇ ਆਪਣੇ ਵਰਗੇ ਜੀਵ ਸਮਾਂ ਕਿਰਤ 'ਚੋਂ ਕੱਢ ਕੇ ਤੀਰਥਾਂ ਤੇ ਜਾਂਦੇ। ਉੱਥੇ ਤੀਰਥਾਂ ਤੇ ਜਾ ਕੇ ਉਸ ਤੀਰਥ ਦਾ ਗਿਆਨ ਲੈ ਕੇ ਆਉਂਦੇ, ਜਿਹੜੇ ਤੀਰਥ ਤੇ ਸਾਡੇ ਮਨ ਦਾ ਇਸ਼ਨਾਨ ਹੋਣਾ। ਸਾਧੂ ਵੀ ਹੁੰਦੇ ਉੱਥੇ, ਉਹ ਦਿੰਦੇ ਸਾਨੂੰ ਗਿਆਨ। ਸਾਡੇ ਮਨ ਦੇ ਅੰਦਰ ਵੀ ਤੜਫ ਹੁੰਦੀ ਵੀ ਅਸੀਂ ਗਿਆਨ ਲੈਣਾ। ਅੱਜ ਸਮਾਂ ਥੋੜਾ ਜਿਹਾ ਤਬਦੀਲੀ ਖਾ ਗਿਆ। ਜੇ ਇਹ ਗਿਆਨ ਨਹੀਂ ਤਾਂ ਸਾਵਧਾਨ। ਮਹਾਰਾਜ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ, ਦੋਏ ਭਉ ਚੜੀਐਸ ਹੋਰ। ਜਿਹੜੇ ਇਨਸਾਨ ਨੇ ਤੀਰਥ ਤੇ ਜਾ ਕੇ ਉਸ ਤੀਰਥ ਦਾ ਗਿਆਨ ਲੈ ਲਿਆ, ਜਿਹਨੂੰ ਬਾਣੀ 'ਚ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਐ, ਜੇ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਕਰੇ ਨਿਵਾਸ। ਉਸ ਤੀਰਥ ਦਾ ਗਿਆਨ ਲੈ ਲਿਆ ਜਿਹੜਾ ਸਾਡੀ ਇਹ ਕਾਇਆ ਦੇ ਅੰਦਰ ਦੱਸ ਰਹੀ ਹੈ ਗੁਰਬਾਣੀ। ਜਿੱਥੇ ਸਾਡੇ ਮਨ ਨੇ ਇਸ਼ਨਾਨ ਕਰਨਾ, ਜਿੱਥੇ ਇਸ਼ਨਾਨ ਕਰਕੇ ਇਹਨੇ ਪਰਮਹੰਸ ਦੀ ਪਦਵੀ ਪਾਉਣੀ ਹੈ, ਜਿਹਨੂੰ ਪਾਤਸ਼ਾਹ ਸਮਝਾ ਰਹੇ ਆ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਹਾਏ, ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਏ। ਜੇ ਇਹ ਤੀਰਥ ਦਾ ਗਿਆਨ ਨਹੀਂ ਲਿਆ ਤਾਂ ਮਹਾਰਾਜ ਕਹਿੰਦੇ ਕੋਈ ਬਹੁਤਾ ਲਾਭ ਨਹੀਂ। ਲੌਕੀ 68 ਤੀਰਥ ਨਹਾਈ, ਕੌਰਾ ਪਨਤਊ ਨਾ ਜਾਈ। ਜੇ ਤੀਰਥਾਂ ਤੇ ਜਾ ਕੇ ਵੀ ਸਾਡੇ ਮਨ ਦੇ ਅੰਦਰ ਤਬਦੀਲੀ ਨਹੀਂ ਆਈ, ਸਾਡੇ ਜੀਵਨ 'ਚ ਫਰਕ ਨਹੀਂ ਪਿਆ, ਤਾਂ ਬਹੁਤਾ ਫਾਇਦਾ ਹੋਣ ਵਾਲਾ ਨਹੀਂ।
ਤੀਰਥ ਕਰੇ ਵਰਤ ਫੁਨ ਰਾਖੈ। ਵਰਤ ਰੱਖੇ ਜਾਂਦੇ ਆ, ਚੰਗੀ ਗੱਲ ਆ ਸਿਹਤ ਵਾਸਤੇ। ਵਰਤ ਰੱਖਣਾ ਸੀ ਮਾੜੇ ਕੰਮਾਂ ਦਾ। ਨਹੀਂ ਤਾਂ ਪਾਤਸ਼ਾਹ ਨੇ ਇਹ ਵੀ ਕਹਿਤਾ, ਛੋੜੈ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ, ਗਦਹੀ ਹੋ ਕੇ ਔਤਰੈ ਭਾਲ ਸਹਿ ਮਨ ਚਾਰ। ਪਰਮਾਤਮਾ ਦਾ ਤਾਂ ਸਿਮਰਨ ਨਹੀਂ ਹੈ, ਵਰਤ ਰੱਖੇ ਜਾ ਰਹੇ ਆ। ਪਾਤਸ਼ਾਹ ਕੀ ਸਮਝਾ ਰਹੇ ਆ? ਤੀਰਥ ਕਰੈ ਵਰਤ ਫੁਨ ਰਾਖੈ, ਨਹਿ ਮਨੂਆ ਬਸ ਜਾਕੋ। ਮਨ ਤੇ ਕਾਬੂ ਨਹੀਂ ਆਇਆ। ਉਹ ਕਿੱਥੋਂ ਆਊਗਾ ਜੀ? ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਨਹਿ ਮਨੂਆ ਬਸ ਜਾਕੋ, ਨਿਹ ਫਲ ਧਰਮ ਤਾਹੇ ਤੁਮ ਮਾਨੋ। ਸਾਚ ਕਹਿਤ ਮੈਂ ਜਾਕੋ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਇਹ ਧਰਮ ਤੁਹਾਡਾ ਨਿਫਲ ਹੋ ਗਿਆ। ਸਾਚ ਕਹਿਤ ਮੈਂ ਜਾਕੋ, ਕਹਿੰਦੇ ਅਸੀਂ ਸੱਚ ਕਹਿ ਰਹੇ ਹਾਂ। ਕਈ ਵਾਰ ਨਾ ਗੁਰੂ ਸਾਹਿਬਾਨਾਂ ਨੂੰ ਵੀ ਇੱਥੋਂ ਤੱਕ ਸਾਨੂੰ ਸਮਝਾਉਣ ਲਈ ਯਤਨ ਕਰਨਾ ਪਿਆ। ਕਈ ਵਾਰ ਆਪਾਂ ਬਾਹਰ ਵੇਖਦੇ ਹਾਂ ਕੋਈ ਮਸਲੇ ਤੇ ਅਸੀਂ ਇਕੱਠੇ ਹੋ ਜਾਂਦੇ ਹਾਂ, ਲੋਕ ਆਪੋ ਆਪਣੀ ਰਾਏ ਦਿੱਤੀ ਜਾਂਦੀ, ਭਾਸ਼ਾ ਬੋਲੀ ਜਾਂਦੀ। ਜਿਹੜਾ ਫਿਰ ਕੋਈ ਸੱਚਾ ਇਨਸਾਨ ਹੁੰਦਾ ਨਾ, ਉਹ ਬਾਂਹ ਕੱਢ ਕੇ ਫਿਰ ਆਵਾਜ਼ ਦਿੰਦਾ ਕਿ ਮੇਰੀ ਗੱਲ ਸੁਣੋ, ਜੋ ਮੈਂ ਕਹਿੰਦਾ ਉਹ ਸੱਚ ਕਹਿ ਰਿਹਾ। ਤੇ ਗੁਰੂ ਸਾਹਿਬਾਨਾਂ ਨੇ ਸਾਡੇ ਭਲੇ ਵਾਸਤੇ ਵੀ ਕੋਈ ਕਸਰ ਨਹੀਂ ਛੱਡੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਇਹ ਕਹਿਣਾ ਪਿਆ, ਸੰਸਾਰ ਦੇ ਲੋਕੋ ਸਾਚ ਕਹੂੰ। ਮੈਂ ਕੋਈ ਝੂਠ ਨਹੀਂ ਬੋਲ ਰਿਹਾ, ਮਹਾਰਾਜ ਕਹਿੰਦੇ ਸਾਚ ਕਹੂੰ ਸੁਣ ਲਿਹੋ ਸਭੈ। ਕਿਸੇ ਇੱਕ ਨੂੰ ਨਹੀਂ, ਸਾਰਿਆਂ ਨੂੰ। ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ। ਇੱਥੇ ਵੀ ਪਾਤਸ਼ਾਹ ਕਹਿੰਦੇ ਆ, ਤੀਰਥ ਕਰੈ ਵਰਤ ਫੁਨ ਰਾਖੈ, ਨਹਿ ਮਨੂਆ ਬਸ ਜਾਕੋ। ਨਿਹ ਫਲ ਧਰਮ ਤਾਹੇ ਤੁਮ ਮਾਨੋ, ਸਾਚ ਕਹਿਤ ਮੈਂ ਜਾਕੋ। ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ, ਪਾਤਸ਼ਾਹ ਫਿਰ ਕਾਰਨ ਕੀ? ਅਸਰ ਕਿਉਂ ਨਹੀਂ ਹੁੰਦਾ ਸਾਡੇ ਮਨਾਂ ਤੇ? ਆਪਾਂ ਵੀ ਖਿਆਲ ਰੱਖਣਾ। ਕਿਸੇ ਨੂੰ 20 ਸਾਲ, ਕਿਸੇ ਨੂੰ 30 ਸਾਲ, ਕਿਸੇ ਨੂੰ 10 ਸਾਲ ਸੰਗਤ ਕਰਦਿਆਂ ਨੂੰ, ਬਾਣੀ ਪੜ੍ਹਦਿਆਂ ਨੂੰ, ਅੰਮ੍ਰਿਤ ਛਕੇ ਨੂੰ, ਧਰਮ ਦੇ ਕਰਮ ਕਰਦਿਆਂ ਨੂੰ ਲੰਘ ਗਏ। ਕਿਤੇ ਜਦੋਂ ਅਸੀਂ ਬੋਲਦੇ ਹਾਂ ਇੱਥੋਂ ਅੱਗ ਤਾਂ ਨਹੀਂ ਆ ਰਹੀ? ਆਪਦੇ ਜੀਵਨ ਦੀ ਸਵੈ ਪੜਚੋਲ ਕਰਨੀ ਪਊਗੀ। ਜਿਹੜਾ ਬੰਦਾ ਆਪਦੇ ਜੀਵਨ ਦੀ ਸਵੈ ਪੜਚੋਲ ਨਹੀਂ ਕਰਦਾ, ਦੂਸਰਿਆਂ ਦੀ ਪੜਚੋਲ ਕਰੀ ਜਾਂਦਾ, ਉਹਦਾ ਕੋਈ ਬਹੁਤਾ ਲਾਭ ਹੋਣ ਵਾਲਾ ਨਹੀਂ। ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਆਪਾਂ ਨੂੰ ਪਤਾ ਸਾਰਿਆਂ ਨੂੰ ਆਪਣੇ ਮਨ ਦੀ ਸਥਿਤੀ ਦਾ ਕਿ ਕਿੱਥੇ ਕੁ ਵਿਚਰ ਰਹੇ ਆ। ਪਾਤਸ਼ਾਹ ਕਹਿੰਦੇ ਫਿਰ ਕਾਰਨ ਕੀ ਹੋ ਗਿਆ? ਉਹ ਕਹਿੰਦੇ ਜੈਸੇ ਪਾਹਨ ਜਲ ਮੈਂ ਰਾਖਿਓ, ਭੇਦੇ ਨਾਹੀਂ ਤੈ ਪਾਨੀ। ਤੈਸੇ ਹੀ ਤੁਮ ਤਿਸੇ ਪਛਾਨੋ, ਭਗਤਹੀਨ ਜੋ ਪ੍ਰਾਨੀ। ਕਹਿੰਦੇ ਪੱਥਰ ਨੂੰ ਪਾਣੀ 'ਚ ਰੱਖ ਦਿਓ, ਜਿੰਨਾ ਚਿਰ ਮਰਜ਼ੀ ਰੱਖੋ ਜੀ, ਪੱਥਰ ਕਿਤੇ ਭਿੱਜਦਾ। ਕਲਗੀਧਰ ਪਾਤਸ਼ਾਹ ਦੇ ਸਮੇਂ ਇੱਕ ਜੱਗੇ ਨਾਮ ਦਾ ਸਿੱਖ ਸੀ, ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਭੌਰਾ, 7 ਬਚਨ ਦਾ ਅਧਿਕਾਰੀ। ਬੇਨਤੀ ਗੁਰੂ ਨਾਨਕ ਦੇ ਘਰ 'ਚ ਉਹਨਾਂ ਨੂੰ ਮਿਲਿਆ ਫਲ ਜਿਹੜੇ 7 ਬਚਨ ਦੇ ਅਧਿਕਾਰੀ ਹੋ ਗਏ। ਤੇ ਗੁਰੂ ਪਿਆਰ ਕਰਦਾ ਸੀ ਬਹੁਤ। ਕੁਝ ਕੁ ਮੇਰੇ ਵਰਗੇ ਵੀ ਸੀ, ਰਹਿੰਦੇ ਸੀ ਨਾਲ। ਉਹ 7 ਬਚਨ ਦੇ ਅਧਿਕਾਰੀ ਨਹੀਂ ਸੀ। ਉਹਨਾਂ ਦੇ ਮਨ ਦੇ ਅੰਦਰ ਨਫ਼ਰਤ ਪੈਦਾ ਹੋ ਗਈ ਵੀ ਜੱਗੇ ਦਾ ਰੱਬ ਪਾਤਸ਼ਾਹ ਬਹੁਤਾ ਪਿਆਰ ਕਰਦੇ ਆ, ਸਾਡਾ ਘੱਟ ਕਰਦੇ ਆ। ਸਿੱਖਾਂ ਨੇ ਬੇਨਤੀ ਕਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਪਾਤਸ਼ਾਹ ਜੱਗਾ ਤੁਹਾਡਾ ਬੜਾ ਪਿਆਰਾ ਸਿੱਖ, 7 ਬਚਨ ਦਾ ਅਧਿਕਾਰੀ ਆ, ਕਿਸੇ ਨਾਲ ਦੁਬਦਾ ਨਹੀਂ ਕਰਦਾ। ਕੁਝ ਕੁ ਲੋਕ ਉਹਦੇ ਨਾਲ ਦੁਬਦਾ ਕਰਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੀ ਗਿਆਨ ਦੁਆਰਾ ਤਾਂ ਰੋਜ਼ ਸਮਝਾਈਦਾ, ਜਿਵੇਂ ਆਪਾਂ ਨੂੰ ਸਮਝਾਉਂਦੀ ਬਾਣੀ, ਜਿਸ ਨਰ ਕੀ ਦੁਬਦਾ ਨਾ ਜਾਏ, ਧਰਮ ਰਾਏ ਤਿਸ ਦੇ ਸਜਾਏ। ਪਾਤਸ਼ਾਹ ਕਹਿੰਦੇ ਕੱਲ ਨੂੰ ਪ੍ਰੈਕਟੀਕਲੀ ਸਮਝਾਵਾਂਗੇ। ਵਿਧੀ ਬਣਾਈ। ਦੂਸਰੇ ਦਿਨ ਪਾਤਸ਼ਾਹ ਦੀਵਾਨ 'ਚ ਆਏ, ਸਿੱਖਾਂ ਨੂੰ ਬੇਨਤੀ ਕੀਤੀ ਕਿ 2 ਘੜੇ ਲਿਆਓ,
ਆ ਗਏ, ਦੋਨਾਂ 'ਚ ਥੋੜਾ ਥੋੜਾ ਪਾਣੀ ਪਾਤਾ। ਮਹਾਰਾਜ ਕਹਿੰਦੇ ਇੱਕ ਘੜੇ 'ਚ ਇੱਕ ਪੱਥਰ ਦਾ ਟੁਕੜਾ ਰੱਖ ਦਿਓ ਤੇ ਦੂਸਰੇ 'ਚ ਥੋੜੇ ਜਿਹੇ ਪਤਾਸੇ ਪਾ ਦਿਓ। ਆਪ ਮਹਾਰਾਜ ਉਪਦੇਸ਼ ਦੇਣਾ ਸ਼ੁਰੂ ਕਰਤਾ। ਦੀਵਾਨ ਦੀ ਸਮਾਪਤੀ ਹੋਈ। ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਪ੍ਰਸ਼ਨ ਕਰਿਆ ਸੀ। ਕਹਿੰਦੇ ਤੁਹਾਡੇ ਪ੍ਰਸ਼ਨ ਦਾ ਹੀ ਜਵਾਬ ਆਉਂਦਾ ਹੁਣ। ਕਹਿੰਦੇ ਘੜਿਆਂ 'ਚੋਂ ਪੱਥਰ ਵੀ ਕੱਢ ਕੇ ਲਿਆਓ ਤੇ ਪਤਾਸੇ ਵੀ ਕੱਢ ਕੇ ਲਿਆਓ। ਹੁਣ ਪਤਾਸੇ ਕਿੱਥੋਂ ਆਉਣੇ ਜੀ? ਪਤਾਸੇ ਤਾਂ ਖੁਰ ਗਏ ਤੇ ਪੱਥਰ ਉਵੇਂ ਦਾ ਉਵੇਂ ਆ ਗਿਆ। ਮਹਾਰਾਜ ਕਹਿੰਦੇ ਜੀ ਮਿਲ ਗਿਆ ਜਵਾਬ। ਕਹਿੰਦੇ ਜੱਗੇ ਦਾ ਮਨ ਤਾਂ ਹੈ ਪਤਾਸੇ ਵਰਗਾ, ਇਹਨੇ ਆਪ ਦਾ ਰੂਪ ਪਾਣੀ ਨੂੰ ਦੇਤਾ ਤੇ ਪਾਣੀ ਦਾ ਰੂਪ ਆਪ ਹੋ ਗਿਆ। ਆ ਜਿਹੜੇ ਨਫ਼ਰਤ ਕਰਨ ਵਾਲੇ ਆ, ਇਹਨਾਂ ਦੇ ਮਨ ਨੇ ਪੱਥਰ ਵਰਗੇ। ਖਿਆਲ ਰੱਖਣਾ ਆਪਾਂ। ਕਈ ਵਾਰ ਇਨਸਾਨ ਧਰਮੀ ਤਾਂ ਹੋ ਜਾਂਦਾ, ਉਹਦੇ ਮਨ ਦੇ ਅੰਦਰ ਦਇਆ ਨਾਮ ਦੀ ਚੀਜ਼ ਨਹੀਂ ਹੁੰਦੀ। ਧਰਮ ਕਿਸੇ ਪਹਿਰਾਵੇ ਦਾ ਨਾਮ ਥੋੜ੍ਹਾ ਜੀ। ਧਰਮ ਤਾਂ ਸਾਡੇ ਮਨ ਦੀ ਅਵਸਥਾ ਦਾ ਨਾਮ ਆ। ਉਹ ਤਾਂ ਬਣੂ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਿੰਨਾ ਚਿਰ ਅਸੀਂ ਪ੍ਰਮਾਤਮਾ ਦਾ ਭਜਨ ਨਹੀਂ ਕਰਦੇ, ਆ ਜਿਹੜੀਏ ਸਾਨੂੰ 5 ਚੋਰ ਚੁੰਬੜੇ ਵੇ ਆ, ਜਿਨ੍ਹਾਂ ਦਾ ਵਾਰ-ਵਾਰ ਜ਼ਿਕਰ ਆਪਾਂ ਸੁਣ ਰਹੇ ਸੀ, ਇਹਨਾਂ ਤੋਂ ਛੁਟਕਾਰਾ ਨਹੀਂ ਪੈਂਦਾ ਕਿਸੇ ਜੀਵ ਤੋਂ। 5 ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਪਰ ਹੈ ਜੀ ਕਿਸੇ 'ਚ ਪਾਵਰ? ਕਿਸੇ 'ਚ ਨਹੀਂ ਪਾਵਰ। ਹਾਂ, ਸਾਡੇ ਪਿਤਾ 'ਚ ਪਾਵਰ ਆ, ਪਰਮਾਤਮਾ 'ਚ। ਉਹ ਫਿਰ ਗਿਆਨ ਦਿੱਤਾ ਗੁਰਬਾਣੀ 'ਚ। ਪੰਜਵੇਂ ਪਾਤਸ਼ਾਹ ਨੇ ਵੀ ਇੱਥੋਂ ਤੱਕ ਕਹਿਤਾ, ਕਹਿੰਦੇ ਬਿਖਮੋ ਬਿਖਮ ਅਖਾੜਾ ਮੈਂ ਗੁਰਮਿਲ ਜੀਤਾ ਰਾਮ, ਗੁਰਮਿਲ ਜੀਤਾ ਹਰ ਹਰ ਕੀਤਾ, ਟੂਟੀ ਭੀਤਾ ਭਰਮ ਕੜਾ। ਤੇ ਸਾਨੂੰ ਫਿਰ ਸੋਝੀ ਦਿੱਤੀ ਗਈ ਕਿ ਤੁਹਾਡੇ ਵੱਸ ਦੀ ਗੱਲ ਨਹੀਂ ਹੈ, ਤੁਹਾਡੇ ਪਿਤਾ 'ਚ ਪਾਵਰ ਆ, ਜਿਹਨੇ ਤੁਹਾਨੂੰ ਪੈਦਾ ਕੀਤਾ। ਜੇ ਤੁਸੀਂ ਉਹਨੂੰ ਸਿਮਰਦੇ ਹੋ, ਉਹ ਤੁਹਾਡਾ ਖਹਿੜਾ ਛਡਾ ਦੂਗਾ ਇਹਨਾਂ ਤੋਂ। ਕੀ ਪਾਤਸ਼ਾਹ ਸਮਝਾਉਂਦੇ? ਮਹਾਰਾਜ ਕਹਿੰਦੇ ਬਲ ਤਿਸ ਬਾਪੈ ਜਿਨਹੁ ਜਾਇਆ, ਪੰਚਾਂ ਤੇ ਮੇਰਾ ਸੰਗ ਚਕਾਇਆ। ਪੰਚ ਮਾਰ ਪਾਵਾ ਤਲ ਦੀਨੇ, ਪਰ ਕਦੋਂ ਹਰ ਸਿਮਰਨ ਮੇਰਾ ਮਨ ਤਨ ਭੀਨੇ। ਜਦੋਂ ਪ੍ਰਭੂ ਦੀ ਜ਼ਾਤ ਦੇ ਅੰਦਰ ਸਾਡਾ ਮਨ ਤੇ ਤਨ ਭਿੱਜ ਗਿਆ ਨਾ, ਫੇਰ ਮਾਲਕ ਸਾਡੇ ਤੇ ਨਜ਼ਰ ਕਰਦੇ ਆ। ਉਹਦੀ ਨਜ਼ਰ ਦੇ ਨਾਲ ਇਹ ਫਿਰ 5 ਦੂਤਾਂ ਤੋਂ ਛੁਟਕਾਰਾ ਪੈਂਦਾ ਨਹੀਂ? ਪੈਂਦਾ ਨਹੀਂ। ਹੁਣ ਮਹਾਰਾਜ ਕਹਿੰਦੇ ਜੈਸੇ ਪਾਹਨ ਜਲ ਮੈਂ ਰਾਖਿਓ, ਭੇਦੇ ਨਾਹੀਂ ਤਹਿ ਪਾਨੀ, ਤੈਸੇ ਹੀ ਹਮ ਤੁਮ ਤਿਸੇ ਪਛਾਨੋ, ਭਗਤਹੀਨ ਜੋ ਪ੍ਰਾਨੀ। ਜਿਹੜੇ ਇਨਸਾਨ ਪਰਮੇਸ਼ਰ ਦੀ ਭਗਤੀ ਤੋਂ ਹੀਣੇ ਆ, ਉਹਨਾਂ ਦੀ ਹਾਲਤ ਪੱਥਰ ਵਰਗੀ ਦੱਸੀ ਗਈ ਹੈ। ਇਹ ਹੁਣ ਆਪਾਂ ਸਾਰਿਆਂ ਨੇ ਆਪਣੇ ਮਨ ਦੇ ਅੰਦਰ ਝਾਤੀ ਮਾਰਨੀ ਹੈ। ਇਨਸਾਨ ਦੇ ਮਨ ਦੇ ਅੰਦਰ ਕਿੰਨਾ ਦੁਨੀਆ ਦਾ ਪਿਆਰ ਆ ਜੀ। ਕਈ ਵਾਰ ਸਾਡੇ ਪਰਿਵਾਰਾਂ 'ਚੋਂ ਚਲੇ ਜਾਂਦੇ ਆ ਸਾਡੇ ਸੰਗੀ ਸਾਥੀ, ਸੰਸਾਰ ਛੱਡ ਕੇ। ਉਹਨਾਂ ਦੀ ਯਾਦ ਦੇ ਅੰਦਰ ਸਾਡੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ ਆ। ਕੋਈ ਵਸਤੂ ਚਲੀ ਜਾਵੇ, ਵਿਰਾਗੀ ਹੋ ਜਾਂਦਾ ਮਨ। ਕਿਤੇ ਸੰਗਤ 'ਚ ਆ ਕੇ ਸਾਡੇ ਮਾਲਕ ਦੀ ਯਾਦ 'ਚ ਵਿਰਾਗੀ ਹੋ ਜੇ ਨਾ ਮਨ, ਪਖੰਡਨਾ ਤਾਂ ਆਉਣਾ ਨਹੀਂ। ਪਖੰਡਨਾ ਨਹੀਂ ਆਉਂਦਾ ਰੱਬ ਦਾ ਵਿਰਾਗ। ਕਿਤੇ ਅਸੀਂ ਢਾਡੀ ਵਾਰਾਂ ਸੁਣਦੇ, ਇਤਿਹਾਸ ਸੁਣਦੇ, ਗੁਰੂ ਦੀ ਗੱਲ ਸੁਣਦੇ, ਆਪ ਮਹਾਰੇ 2-4 ਅੱਥਰੂ ਕਿਤੇ ਡਿੱਗ ਪੈਣ, ਤਾਂ ਸਾਡੇ ਮਨ ਨੂੰ ਲੱਗੀ ਹੋਈ ਕਰੋੜਾਂ ਮਲ ਮੈਲ ਉਤਰ ਜਾਂਦੀ ਹੈ। ਕਿਤੇ ਯਾਦ ਆ ਜੇ ਪਰਮੇਸ਼ਰ ਦੀ ਕਿ ਸਾਡੇ ਪਿਤਾ ਨੇ ਸਾਡੇ ਤੇ ਇਹ ਕਿਰਪਾ ਕੀਤੀ, ਮਾਤਾ ਦੇ ਗਰਭ 'ਚ ਪੁੱਠੇ ਲਟਕਦਿਆਂ ਨੂੰ ਅੱਗ ਦੇ ਅੰਦਰ ਤੇ ਗੰਦਗੀ ਦੇ ਅੰਦਰ ਸਾਨੂੰ ਖੁਸ਼ ਰੱਖਿਆ। ਨਹੀਂ ਤਾਂ ਇੱਥੇ ਬਾਹਰ ਕਿਸੇ ਬੰਦੇ ਨੂੰ ਪੁੱਠਾ ਲਟਕਾਓ, ਥੱਲੇ ਅੱਗ ਬਾਲੋ, ਕਿੰਨਾ ਕੁ ਸੌਖਾ ਜੀ। ਮਹਾਰਾਜ ਨੇ ਸਾਨੂੰ ਪ੍ਰੈਕਟੀਕਲ ਕਰਕੇ ਦਿਖਾਤਾ ਕਿ ਮੈਂ ਤੁਹਾਨੂੰ ਮਾਤਾ ਦੇ ਗਰਭ ਦੀ ਅਗਨ 'ਚ ਪੁੱਠੇ ਲਟਕਦਿਆਂ ਨੂੰ
ਮਾਤਾ ਦੇ ਗਰਭ ਦੀ ਅਗਨ ਸੇਕ ਨਹੀਂ ਲੱਗਣ ਦਿੱਤਾ। ਤੁਹਾਨੂੰ ਉੱਥੇ ਗੰਦਗੀ ਨੇ ਨਹੀਂ ਤੰਗ ਕੀਤਾ, ਪਰ ਕਾਰਨ ਕੀ ਸੀ? ਤੁਸੀਂ ਸਵਾਸ ਸਵਾਸ ਮੈਨੂੰ ਜਪ ਰਹੇ ਸੀ ਤੇ ਮੇਰੇ ਨਾਲ ਤੁਹਾਡੀ ਲਿਵ ਜੁੜੀ ਹੋਈ ਸੀ। ਜੈਸੇ ਜਨਨ ਜਠਰ ਮਹਿ ਪ੍ਰਾਨੀ, ਉਹ ਰਹਿਤਾ ਨਾਮ ਆਧਾਰ। ਆਨੰਦ ਕਰੈ ਸਾ ਸਾਸ ਮਾਰੇ, ਨਾ ਪਉਹੈ ਅਗਨਾਰ। ਤੇ ਰੋਜ਼ ਫਿਰ ਪਾਤਸ਼ਾਹ ਦੀ ਬਾਣੀ ਸਮਝਾਉਂਦੀ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ। ਲਿਬ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਸ ਅਗਨ ਤੋਂ ਤੂੰ ਨਹੀਂ ਤੰਗ ਹੋਇਆ, ਮੇਰੇ ਨਾਲ ਤੇਰੀ ਲਿਵ ਜੁੜੀ ਸੀ। ਹੁਣ ਟੁੱਟ ਗਈ, ਦੁਆਰੇ ਫੇਰ ਜੋੜ ਲਾ। ਤੈਨੂੰ ਆ ਸੰਸਾਰ ਦੀ ਅੱਗ ਕੁਝ ਨਹੀਂ ਕਵੇਗੀ। ਹੈ ਤਾਂ ਸਾਰੀ ਅੱਗ ਹੀ। ਪਰਿਵਾਰ ਨੇ ਸਾਡੇ ਜਦੋਂ ਵਿਚਾਰਾਂ ਦਾ ਟਕਰਾਓ ਹੋ ਗਿਆ, ਸਾਡੇ ਲਈ ਅੱਗ ਬਣ ਗਈ। ਅਨੇਕਾਂ ਐਸੇ ਪਰਿਵਾਰ ਨੇ ਜਿਹੜੇ ਪਰਿਵਾਰਾਂ ਤੋਂ ਹੀ ਤੰਗ। ਭਾਈ ਸੇਵਾ ਸਿੰਘ ਜੀ ਤਰਮਾਲਾ ਇੱਕ ਬਚਨ ਜ਼ਰੂਰ ਕਰਿਆ ਕਰਦੇ ਸੰਗਤ ਦੇ ਅੰਦਰ। ਉਹਨਾਂ ਨੇ ਕਹਿਣਾ, ਗੁਰੂ ਪਿਆਰੀ ਸਾਧ ਸੰਗਤ ਇਨਸਾਨ ਕਈ ਵਾਰ ਬਾਹਰੋਂ ਉਨਾ ਤੰਗ ਨਹੀਂ ਜਿੰਨਾ ਆਪਣੇ ਪਰਿਵਾਰਾਂ ਤੋਂ ਤੰਗ। ਕਿਹੜਿਆਂ ਤੋਂ? ਜਿਹੜੇ ਪਰਿਵਾਰਾਂ 'ਚ ਵਿਚਾਰਾਂ ਦਾ ਟਕਰਾਓ ਆ, ਚਾਹੇ ਉਹ ਸਾਡਾ ਭਰਾਵਾਂ ਦਾ ਹੋਵੇ, ਭੈਣ ਭਰਾਵਾਂ ਦਾ ਹੋਵੇ, ਪਤੀ ਪਤਨੀ ਦਾ ਹੋਵੇ, ਬੱਚਿਆਂ ਨਾਲ ਹੋਵੇ, ਜਿਹੜੇ ਘਰ ਦੇ ਅੰਦਰ ਕਲੇਸ਼ ਆ, ਇਦੋਂ ਵੱਡੀ ਅੱਗ ਕਿਹੜੀ ਹੈ ਜੀ? ਪਾਤਸ਼ਾਹ ਕਹਿੰਦੇ, ਅਗਨ ਕਟੰਬ ਸਾਗਰ ਸੰਸਾਰ। ਐਸੇ ਵੀ ਇਨਸਾਨ ਮਿਲ ਜਾਣਗੇ, ਉਹ ਘਰ ਤੋਂ ਬਾਹਰ ਖੁਸ਼ ਰਹਿੰਦੇ ਆ, ਪਰ ਜਦੋਂ ਘਰ ਦੇ ਨੇੜੇ ਆਉਣਗੇ ਚਿਹਰੇ ਤੇ ਉਦਾਸੀ ਆ ਜਾਂਦੀ ਹੈ। ਦੂਜੇ ਪਾਸੇ ਪੰਛੀ ਆ, ਉਹ ਜਦੋਂ ਆਲਣੇ ਤੋਂ ਦੂਜੇ ਪਾਸੇ ਨੂੰ ਜਾਂਦੇ ਆ, ਡਾਰੀ ਛੋਟੀ ਹੁੰਦੀ ਆ, ਜਦੋਂ ਘਰ ਵੱਲ ਨੂੰ ਮੁੜਦੇ ਆ ਤਾਂ ਉਹ ਡਾਰੀ ਵੱਡੀ ਹੋ ਜਾਂਦੀ ਹੈ ਉਹਨਾਂ ਦੀ। ਕਿਉਂ? ਖੁਸ਼ੀ ਮਹਿਸੂਸ ਕਰਦੇ ਆ, ਆਪਣੇ ਘਰ ਚੱਲੇ। ਹੁਣ ਆਹ ਦੁਨੀਆ ਦੇ ਘਰਾਂ 'ਚ ਮਹਾਰਾਜ ਨੇ ਅਗਨ ਦਾ ਕਟੰਬ ਕਹਿਤਾ। ਫਿਰ ਮਹਾਰਾਜ ਕਹਿੰਦੇ, ਜੇ ਇਸ ਅੱਗ ਦੇ ਅੰਦਰ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਦੁਬਾਰੇ ਟੁੱਟੀ ਹੋਈ ਲਿਵ ਆਪਦੀ ਭਾਈ ਫੇਰ ਜੋੜ ਲਓ। ਪੜ੍ਹਦੇ ਆ ਨਾ ਰੋਜ਼, ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵਹਿ ਬਾਝੋ, ਕਿਆ ਕਰੇ ਵਿਚਾਰੀਐ। ਤੁਧ ਬਾਹ ਸਮਰੱਥ ਕੋਏ ਨਾਹੀ, ਕਿਆ ਕਰੇ ਕਿਰਪਾ ਕਰ ਬਨਵਾਰੀਐ। ਹੁਣ ਜੇ ਅਸੀਂ ਸੰਗਤ ਦੇ ਅੰਦਰ ਆ ਕੇ ਇਸ ਗੱਲ ਦਾ ਗਿਆਨ ਲੈ ਲੈਂਦੇ ਆ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ। ਜੇ ਸਾਡੀ ਦੁਆਰੇ ਪ੍ਰਮਾਤਮਾ ਨਾਲ ਲਿਵ ਜੁੜ ਜੇ, ਸਾਨੂੰ ਦੁੱਖ ਦੇ ਸਕੇ। ਤੇ ਦੂਸਰੇ ਪਾਸੇ ਦੁਨੀਆ ਦੀ ਕੋਈ ਤਾਕਤ ਨਹੀਂ, ਜੇ ਅਸੀਂ ਪ੍ਰਮਾਤਮਾ ਨੂੰ ਟੁੱਟ ਰਹੇ ਹਾਂ ਤਾਂ ਅਸੀਂ ਸੁਖੀ ਹੋ ਜਾਈਏ। ਨਾਨਕ ਦੁਖੀਆ ਸਭ ਸੰਸਾਰ। ਤੇ ਗੁਰਮੁਖ ਪਿਆਰਿਓ, ਆਪਾਂ ਨੂੰ ਫਿਰ ਪਾਤਸ਼ਾਹ ਨੇ ਸਮਝਾਇਆ, ਜੈਸੇ ਪਾਹਨ ਜਲ ਮੈਂ ਰਾਖਿਓ, ਭੇਦੇ ਨਾਹੀਂ ਤੈ ਪਾਨੀ, ਤੈਸੇ ਹੀ ਤੁਮ ਤਿਸੇ ਪਛਾਨੋ, ਭਗਤਹੀਨ ਜੋ ਪ੍ਰਾਨੀ। ਫਿਰ ਭਗਤੀ ਕਰਨੀ ਚਾਹੀਦੀ ਹੈ ਕਿ ਨਹੀਂ ਜੀ? ਬੋਲੋ। ਲਾਓ ਫਿਰ ਥੋੜਾ ਜਿਹਾ ਟਾਈਮ ਗੁਰੂ ਮੰਤਰ ਦਾ ਅਭਿਆਸ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ, ਜਦੋਂ ਅਸੀਂ ਆਪਣੀ ਹੀ ਆਵਾਜ਼ ਦੇ ਅੰਦਰ ਧਿਆਨ ਰੱਖ ਕੇ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਹੌਲੀ ਹੌਲੀ ਸਾਡੀ ਜਿਹੜੀ ਸੁਰਤ ਆ ਸਰੀਰ ਦੇ 9 ਦੁਆਰਿਆਂ ਤੋਂ ਉੱਪਰ ਉੱਠ ਖੜਦੀ ਹੈ। ਜਿਹੜਾ ਸਾਡਾ ਧਿਆਨ ਹਰ ਸਮੇਂ ਸਰੀਰ ਦੇ 9 ਦੁਆਰਿਆਂ 'ਚ ਰਹਿੰਦਾ, ਜਦੋਂ ਅਸੀਂ ਇਹ ਆਪਣੀ ਸੁਰਤ ਨੂੰ ਰੋਕਣਾ ਸਿੱਖ ਲਿਆ, ਫਿਰ ਉੱਥੇ ਪਹੁੰਚਦਾ ਜਿੱਥੇ ਜਾ ਕੇ ਜਿਹੜਾ ਸ਼ਬਦ ਆਪਾਂ ਸਰਵਣ ਕਰ ਰਹੇ ਸੀ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਤਾਂ ਸਤਿਗੁਰੂ ਪਾਤਸ਼ਾਹ ਫਿਰ ਸਾਨੂੰ ਸਮਝਾ ਰਹੇ ਆ ਗੁਰਬਾਣੀ ਦੇ ਅੰਦਰ, 9 ਦਰ ਠਾਕੇ ਧਾਵਤ ਰਹਾਏ। ਜਦੋਂ ਅਸੀਂ ਸ਼ਬਦ ਦੇ ਅਭਿਆਸ ਦੁਆਰਾ ਆਪਣੀ ਸੁਰਤੀ ਨੂੰ ਇਹ 9 ਦੁਆਰਿਆਂ ਸਰੀਰ ਦੇ ਅੰਦਰੋਂ ਰੋਕ ਲਿਆ, ਤੇ ਫਿਰ ਕਿੱਥੇ ਚੱਲ ਜਾਂਗੇ? 10ਵੇਂ ਨਿਜ ਘਰ ਵਾਸਾ ਪਾਏ। ਉਸ ਘਰ ਦੇ ਅੰਦਰ ਜਿਹਨੂੰ ਨਿਜ ਘਰ ਦਾ ਨਾਮ ਦਿੱਤਾ ਗਿਆ ਗੁਰਬਾਣੀ 'ਚ, ਜਿਹਨੂੰ ਰੋਜ਼ ਆਪਾਂ ਪੜ੍ਹਦੇ ਹਾਂ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਕੋ ਫੇਰਾ। ਫਿਰ ਪਾਤਸ਼ਾਹ ਨੇ ਗਿਆਨ ਦਿੱਤਾ, 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ, ਉਥੇ ਅਨਹਦ ਸ਼ਬਦ ਬੱਜੇ ਦਿਨ ਰਾਤੀ ਲਗਾਤਾਰ। ਕਿਉਂਕਿ ਠਾਕੁਰ ਹਮਰਾ ਸਦ ਬੋਲੰਤਾ, ਜਿਹੜਾ ਸਾਡਾ ਮਾਲਕ ਆ ਸਦਾ ਬੋਲਦਾ, ਇਸੇ ਕਰਕੇ ਉਹਨੂੰ ਅਨਹਦ ਬਾਣੀ ਦਾ ਨਾਮ ਦਿੱਤਾ ਗਿਆ। ਉਥੇ ਅਨਹਦ ਸ਼ਬਦ ਬੱਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣੇ ਆ। ਗੁਰੂ ਦੀ ਮਤ ਦੇ ਨਾਲ ਉਹ ਸਾਨੂੰ ਸ਼ਬਦ ਸੁਣਨਾ ਸ਼ੁਰੂ ਹੋ ਜਾਊਗਾ। ਉਸੇ ਸ਼ਬਦ ਨੂੰ ਅਕਾਲ ਪੁਰਖ ਦੇ ਚਰਨ ਕਹਿੰਦੇ ਨੇ। ਜੇ ਅੱਜ ਕੋਈ ਪ੍ਰਸ਼ਨ ਕਰੇ ਕਿ ਜੀ ਜਿਹੜਾ ਸਾਡਾ ਮਾਲਕ ਆ ਉਹਦਾ ਤਾਂ ਕੋਈ ਆਕਾਰ ਹੀ ਨਹੀਂ ਹੈ, ਫਿਰ ਉਹਦੇ ਚਰਨ ਕਿਹੜੇ ਆ? ਉਹਦੇ ਚਰਨ ਵੀ ਉਹ ਆਵਾਜ਼ ਹੀ ਹੈ। ਜਦੋਂ ਸਾਡੀ ਸੁਰਤੀ ਉਸ ਚਰਨਾਂ ਦੇ ਨਾਲ ਜੁੜਨਾ ਸ਼ੁਰੂ ਹੋ ਗਈ, ਉਹਦੇ 'ਚ ਇੱਕ ਰਸ ਪੈਦਾ ਹੁੰਦਾ ਜਿਹਨੂੰ ਚਰਨਾਮਤ ਦਾ ਨਾਮ ਦਿੱਤਾ ਗਿਆ।
ਉਹ ਫਿਰ ਸਾਡੇ ਮਨ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ ਖੁਰਾਕ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਜਿਉਂ ਹੀ ਸਾਡੀ ਸੁਰਤ ਦਾ ਸੁਮੇਲ ਉਸ ਸ਼ਬਦ ਦੇ ਨਾਲ ਹੋਣਾ, ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਹੋਣਾ, ਉਹਦੇ ਚੋਂ ਚਰਨਾਮਤ ਸਾਨੂੰ ਰਸ ਵੀ ਮਿਲਣਾ ਸ਼ੁਰੂ ਹੋ ਜਾਣਾ। ਤੇ ਫਿਰ ਆਪਣੇ ਜੀਵਨ ਦਾ ਜਿਹੜਾ ਮਨੋਰਥ ਆ ਉਹ ਭਾਗਾਂ ਵਾਲਾ ਹੋ ਜਾਣਾ। ਜੀ ਤੋਂ ਬਗੈਰ ਹਰ ਰੋਜ਼ ਪੜ੍ਹਦੇ ਹਾਂ, ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਹੁਣ ਜੇ ਅਸੀਂ ਉਸ ਰਸ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਾਂ, ਅਨਹਦ ਬਾਣੀ ਨੂੰ ਸੁਣਨਾ ਚਾਹੁੰਦੇ ਹਾਂ, ਹਰੀ ਦੇ ਨਾਮ ਦੇ ਰਸ ਨੂੰ ਭੋਗਣਾ ਚਾਹੁੰਦੇ ਹਾਂ, ਆਪਣੇ ਮੂਲ ਦੇ ਅੰਦਰ ਪ੍ਰਵੇਸ਼ ਹੋਣਾ ਚਾਹੁੰਦੇ ਹਾਂ, ਆਪਣਾ ਜੰਮਣ ਮਰਨ ਦਾ ਚੱਕਰ ਖਤਮ ਕਰਨਾ ਚਾਹੁੰਦੇ ਹਾਂ, ਜੇ ਅਸੀਂ ਸਾਡੇ ਮੱਥੇ ਤੇ ਜੋ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਸੂਰ ਤੇ ਕੁੱਤੇ ਵਰਗੀ ਜ਼ਿੰਦਗੀ ਹੈ, ਇਹ ਤੋਂ ਬਚਣਾ ਚਾਹੁੰਦੇ ਹਾਂ, ਫਿਰ ਸਾਨੂੰ ਇੱਕ ਕੰਮ ਕਰਨਾ ਪਊਗਾ। ਕੀ ਪਾਤਸ਼ਾਹ ਕਹਿੰਦੇ, ਗੁਰ ਮੰਤਰ ਦਰੜਾਏ, ਹਰ ਰਸਕ ਰਸਾਏ, ਹਰ ਅੰਮ੍ਰਿਤ ਹਰ ਮੁਖ ਚੋਏ ਜੀਓ। ਜਿੰਨਾ ਚਿਰ ਇਹ ਚੀਜ਼ ਸਾਨੂੰ ਨਹੀਂ ਮਿਲਦੀ, ਪਾਤਸ਼ਾਹ ਕਹਿੰਦੇ ਬਾਰ-ਬਾਰ ਭੁਲੇਖਾ ਨਾ ਪੈ ਜੇ ਕਿਸੇ ਨੂੰ। ਅੱਜ ਬਹੁਤ ਸਾਰੇ ਪ੍ਰਚਾਰਕ ਇਹ ਕਹਿੰਦੇ ਜੀ ਵਾਰ-ਵਾਰ ਵਾਹਿਗੁਰੂ ਜਪਣਾ ਤੋਤਾ ਰਟਣੀ ਹੈ। ਉਹਨਾਂ ਦੀ ਐਸੀ ਮੱਤ ਹੋ ਗਈ, ਉਹ ਗੁਰੂ ਦੀ ਗੱਲ ਨੂੰ ਵੀ ਕੱਟ ਰਹੇ ਆ। ਗੁਰੂ ਤਾਂ ਇਹ ਕਹਿੰਦਾ ਕਿ ਵਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਗੁਰੂ ਤਾਂ ਪਾਤਸ਼ਾਹ ਇਹ ਕਹਿੰਦਾ ਕਿ ਤੁਹਾਡੀ ਤਾਂ ਜੀਭ ਹੀ ਇੱਕ, ਇੰਨੀਆਂ ਜੀਭਾਂ ਹੋ ਜਾਣ, ਇੱਕ ਦੋ ਜੀਭੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਏ ਤਰਾਹੇ ਪਤ ਪਬੜੀਆਂ। ਚੜੀਐ ਹੋਏ ਅਕੀਸ, ਇਹ ਪਰਮਾਤਮਾ ਦਾ ਭਜਨ ਹੀ ਪੌੜੀਆਂ, ਜਿਹੜਾ ਸਾਡੀ ਸੁਰਤੀ ਨੂੰ ਤਾਂ ਚੁੱਕੂਗਾ। ਨਹੀਂ ਤਾਂ ਇਹ ਇੱਥੇ ਭਵ ਸਾਗਰ 'ਚ ਹੀ ਗੇੜੇ ਖਾਈ ਜਾਂਦੀ ਹੈ। ਜਿਹੜੇ ਜੀ ਫਿਰ ਇਹ ਕਰਮ ਕਰਦੇ ਆ, ਹੈ ਤਾਂ ਫਰਕ। ਪਾਤਸ਼ਾਹ ਨੇ ਤਦ ਹੀ ਕਿਹਾ ਨਾ, ਰਾਮ ਜਪੋ ਜੀ ਐਸੇ ਐਸੇ, ਧਰੁ ਪ੍ਰਹਿਲਾਦ ਜਪਿਓ ਹਰ ਜੈਸੇ। ਕਿਵੇਂ ਜਪਿਆ ਜੀ ਉਹਨਾਂ ਨੇ? ਫਿਰ 5 ਸਾਲ ਦੀ ਉਮਰ 'ਚ 5 ਮਹੀਨੇ ਹੀ ਜਪਿਆ, ਪਰਮੇਸ਼ਰ ਨਾਲ ਲੀਨ ਹੋ ਗਏ। ਸਾਡੀ 80 ਸਾਲ ਦੀ ਉਮਰ ਹੋ ਗਈ, ਸਾਨੂੰ ਸੁੱਝ ਕੋਈ ਨਹੀਂ ਆਈ। ਕਿਤੇ ਭਗਤ ਜੀ ਕਹਿੰਦੇ, ਸੁਪਨੇ ਹੂੰ ਬਰਡਾਏ ਕੈ, ਜੇ ਮੁਖ ਨਿਕਸੇ ਰਾਮ, ਤਾਕੇ ਪਗ ਕੀ ਪਾਨ ਹੀ ਮੇਰੇ ਤਨ ਕੋ, ਇੱਕ ਪਲ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਸਾਨੂੰ ਵਾਹਿਗੁਰੂ ਕਹਿਣਾ ਆ ਜੇ, ਹਿਰਦੇ ਚੋਂ ਕਹਿਣਾ ਆ ਜੇ, ਉਹ ਆਵਾਜ਼ ਨਿਕਲੇ ਜਿਹੜੀ ਕਿਤੇ ਹਾਥੀ ਨੂੰ ਤੰਦੂਏ ਨੇ ਫੜ ਲਿਆ ਸੀ, ਉਹਦੇ ਮੁਖ ਚੋਂ ਆਵਾਜ਼ ਆਈ। ਉਹ ਸਾਡੇ ਅੰਦਰੋਂ ਆਵਾਜ਼ ਨਿਕਲੇ, ਜਿਹੜਾ ਦ੍ਰੋਪਦੀ ਦੀ ਪੱਤ ਲੁੱਟਣ ਵੇਲੇ ਉਹਦੇ ਹਿਰਦੇ ਚੋਂ ਆਵਾਜ਼ ਆਈ। ਸਾਡੇ ਹਿਰਦੇ ਚੋਂ ਉਹ ਆਵਾਜ਼ ਨਿਕਲੇ ਜਿਹੜੀ ਮੱਖਣ ਸ਼ਾਹ ਲਵਾਣੇ ਦਾ ਜਹਾਜ਼ ਡੁੱਬਦਾ ਸੀ, ਉਹਦੇ ਹਿਰਦੇ ਚੋਂ ਆਵਾਜ਼ ਨਿਕਲੀ। ਨੌਵੇਂ ਪਾਤਸ਼ਾਹ ਦੀ ਇਜਾਜ਼ਤ 'ਚ ਜੁੜੇ ਆ ਨਾ, ਅਰਦਾਸ ਕਰੀਏ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਵੇਂ ਮੱਖਣ ਸ਼ਾਹ ਲਵਾਣੇ ਦਾ ਡੁੱਬਦਾ ਜਹਾਜ਼ ਤਾਰਿਆ, ਸਾਡੀ ਵੀ ਜ਼ਿੰਦਗੀ ਦੀ ਬੇੜੀ ਡੁੱਬ ਰਹੀ ਹੈ, ਸਾਡੀ ਵੀ ਆਵਾਜ਼ ਸੁਣ। ਕਿਤੇ ਅਰਦਾਸ ਉੱਥੋਂ ਹੋ ਜੇ ਜਿੱਥੇ ਮੱਖਣ ਸ਼ਾਹ ਲਵਾਣੇ ਨੇ ਕੀਤੀ ਸੀ, ਫੇਰ ਤਾਂ ਫਰਕ ਹੀ ਨਹੀਂ ਕੋਈ। ਗੁਰੂ ਤਾਂ ਐਡੀ ਬਖਸ਼ਿਸ਼ ਕਰਦਾ, ਆਪ ਦਾ ਰੂਪ ਕਰ ਦਿੰਦਾ ਬੰਦੇ ਨੂੰ। ਪਰਮਾਤਮਾ ਇੰਨਾ ਦਿਆਲੂ ਆ, ਉਹ ਆਪ ਦਾ ਰੂਪ ਹੀ ਕਰ ਦਿੰਦਾ ਬੰਦੇ ਨੂੰ। ਇਦੋਂ ਵੱਡਾ ਦਿਆਲੂ ਕਿਰਪਾਲੂ ਕੌਣ ਹੋਊਗਾ ਜੀ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਿਰ ਅਖੀਰਲੀਆਂ ਪੰਗਤੀਆਂ 'ਚ ਸਮਝਾ ਰਹੇ ਆ, ਕਹਿੰਦੇ ਕਲ ਮੈਂ ਮੁਕਤ ਨਾਮ ਤੇ ਪਾਵੈ, ਗੁਰ ਜਿਹੇ ਭੇਦ ਬਤਾਵੈ,
ਕਹੋ ਨਾਨਕ ਸੋ ਨਰ ਗਰੂਆ, ਜੋ ਪ੍ਰਭ ਕੇ ਗੁਣ ਗਾਵੇ। ਇਹ ਸੰਸਾਰ 'ਚ ਉਹੀ ਸੁਖੀ ਦਿਸੂਗਾ ਜਿਹੜਾ ਪ੍ਰਭੂ ਦੇ ਗੁਣ ਗਾਊਗਾ, ਕਿਉਂਕਿ ਗੁਣ ਗਾਵਤ ਸੇਰੀ ਉਤਰ ਸਮੈਲ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਆਪਾਂ ਯਤਨ ਕਰਨਾ ਆਪਦੀ ਰਸਨਾ ਦੇ ਨਾਲ ਪਰਮਾਤਮਾ ਦੇ ਗੁਣ ਗਾਉਣੇ ਆ, ਉਹਦੀ ਉਸਤਤ ਕਰਨੀ ਹੈ, ਉਹਦੀ ਵਡਿਆਈ ਕਰਦੇ ਕਰਦੇ ਉਹਦੇ 'ਚ ਲੀਨ ਹੋਣਾ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਬਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਇਹ ਪਾਤਸ਼ਾਹ ਦੀ ਬਾਣੀ ਦਾ ਹੁਕਮ ਆ। ਆਪਾਂ ਕੋਸ਼ਿਸ਼ ਕਰਨੀ ਆ, ਸਾਰਿਆਂ ਨੇ ਸੰਗਤ ਦੇ ਅੰਦਰ ਆਏ ਆ, ਸਤਿਗੁਰੂ ਰਹਿਮਤ ਕਰਨ ਸਾਡੇ ਪੱਥਰ ਹੋਏ ਮਨਾਂ ਤੇ ਪਾਤਸ਼ਾਹ ਦੀ ਬਾਣੀ ਦਾ ਅਸਰ ਹੋ ਜੇ। ਜਿਹਨੇ ਫਿਰ ਇੱਕ ਸਿੱਖਿਆ ਗੁਰੂ ਦੀ ਆਪਦੇ ਮਨ 'ਚ ਵਸਾ ਲਈ, ਉਹ ਰੋਜ਼ ਆਪਾਂ ਪੜ੍ਹਦੇ ਹਾਂ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਬੇਨਤੀਆਂ ਨੇ। ਵਿਚਾਰ ਕਰਦਿਆਂ ਤੋਂ ਕੋਈ ਐਸਾ ਸ਼ਬਦ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਜਾਂ ਕਈ ਵਾਰ ਜਦੋਂ ਜ਼ੁਬਾਨੀ ਗੁਰਬਾਣੀ ਬੋਲਦੇ ਆ ਕੋਈ ਸ਼ਬਦ ਅੱਗੋਂ ਪਿੱਛੋਂ ਬੋਲਿਆ ਜਾਂਦਾ, ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ ਜੀ। ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮੂਹ ਪ੍ਰਬੰਧਕ ਜਨਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰੋੜਾਂ ਵਾਰ ਧੰਨਵਾਦ, ਜਿਨ੍ਹਾਂ ਨੇ ਦਇਆ ਕਰਕੇ ਆਪਾਂ ਨੂੰ ਆਪਣੀ ਗੋਦ 'ਚ ਬਿਠਾਇਆ। ਬਸ ਇੱਥੇ ਹੀ ਬਹਿਣਾ ਔਖਾ।